ਜਿਹੜੀ ਅਬਦੁੱਲਾ ਗੱਲ ਕਰ ਰਿਹਾ। ਦੋਏ ਗੱਲਾਂ ਲੈ ਲੈਣੇ ਆ, ਜਿਹੜੀ ਤੁਸੀਂ ਕਹੀ ਉਹ ਵੀ ਲੈ ਲੈਣੇ ਆ, ਜਿਹੜੇ ਪਾਸੇ ਜਾਓਗੇ ਕੋਈ ਮਸਲਾ ਨਹੀਂ ਹੈ ਬਿਹੀ ਦੀ ਔਰ ਹੀ ਔਰ ਬਿਹੀ ਦੋਏ ਜ਼ਮੀਰਾਂ ਜਿਹੜੀਆਂ ਨੇ ਈਸਾ ਅਲੈਹਿਸਲਾਮ ਦੀ ਤਰਫ ਨੇ। ਨਹੀਂ ਮੁਫੱਸਿਰੀਨ ਦੇ ਮੁਤਾਬਿਕ ਜ਼ਿਆਦਾਤਰ ਤੇ ਇਹ ਹੀ ਕਿ ਜ਼ਮੀਰਾਂ ਦੋਵੇਂ ਹਜ਼ਰਤ ਈਸਾ ਦੀ ਤਰਫ ਨੇ ਕਿ ਉਹਨਾਂ ਦੀ ਮੌਤ ਤੋਂ ਪਹਿਲੇ। ਮੁਫੱਸਿਰੀਨ ਤੇ ਸ਼ੇਖ ਭਾਈ ਮੁਫੱਸਿਰੀਨ ਤੇ ਬਾਅਦ ਚ ਆਏ ਨੇ ਨਾ। ਅਬੂ ਹੁਰੈਰਾ ਰਜ਼ੀ ਅੱਲਾਹ ਤਾਲਾ अन्हु ने ਇਹਦੀ ਤਫਸੀਰ ਇਹੀ ਕੀਤੀ। ਬਲਕਿ ਰਸੂਲੁल्लाह सल्लल्लाहु अलैहि वसल्लम ਦੀ ਹਦੀਸ ਦੇ ਥੱਲੇ ਇਹਨੂੰ ਕੋਟ ਕੀਤਾ ਇਸ ਆਇਤ ਨੂੰ। ਹਜ਼ਰਤ ਅਬੂ ਹੁਰੈਰਾ ਨੇ ਕੋਈ ਤਫਸੀਰ ਨਹੀਂ ਕੀਤੀ, ਉਹਨਾਂ ਨੇ ਸਿਰਫ ਇਸ਼ਾਰਾ ਕੀਤਾ। ਬਸ ਠੀਕ ਹੈ ਜੀ, ਹਦੀਸ ਮੌਜੂਦ ਹੈ ਤੇ ਫਿਰ ਤੇ ਉਹਦੇ ਤੇ ਅਸੀਂ ਆਮੀਨ ਕਹਿੰਦੇ, ਲੱਬੈਕ ਕਹਿੰਦੇ। ਜਿਹੜਾ ਹਜ਼ਰਤ ਅਬੂ ਹੁਰੈਰਾ ਨੇ ਜੀ 34 ਸਹੀ ਬੁਖਾਰੀ ਦੀ 3447 ਹਦੀਸ ਹੈ, ਉਹਦੇ ਥੱਲੇ ਉਹਦੇ ਚ ਹਜ਼ਰਤ ਅਬੂ ਹੁਰੈਰਾ ਨੇ ਕੋਈ ਤਫਸੀਰ ਨਹੀਂ ਕੀਤੀ। ਅਗਰ ਕੀਤੀ ਹੈ ਤਾਂ ਪੜੋ ਭਾਈ ਨਾ ਗੱਲ ਪਤਾ ਕੀ ਅਬਦੁੱਲਾ ਭਾਈ ਇੱਕ ਮਿੰਟ। ਇਹ ਹੁਸੈਨੀ ਸਾਹਿਬ ਤੁਸੀਂ ਆਪਣੇ ਅੱਛਾ ਜੱਜਾ ਸਾਹਿਬ ਕੰਡੇ ਲੱਗੀ ਉਹ ਜਿਹੜੀ ਉਹਨੂੰ ਫਿਰ ਡੋਬ ਦਿੰਦੇ ਹੋ ਤੁਸੀਂ। ਅੱਛਾ ਸੁਣੋ, ਪਤਾ ਕੀ ਕੱਲ ਆਪਣੇ ਤਖਯਲ ਆਪਣੇ ਤਖਯਲ ਆਪਣੇ ਨਜ਼ਰੀਏ ਆਪਣੇ ਅਕੀਦੇ ਨਾਲ ਆਇਤ ਦਾ ਤਰਜਮਾ ਨਾ ਕਰੋ। ਇਹਦਾ ਮਤਲਬ ਤੁਸੀਂ ਕੁਰਾਨ ਨੂੰ ਸਮਝੋ ਕਿ ਅੱਲਾਹ ਪਾਕ ਇਹ ਫਰਮਾ ਰਿਹਾ ਕਿ ਜ਼ਰੂਰ ਈਮਾਨ ਲਿਆਉਣਗੇ। ਉਹਨਾਂ ਦਾ ਮਕਸਦ ਇਹ ਹੈ ਕਿ ਅੱਲਾਹ ਪਾਕ ਨੇ ਫਰਮਾਇਆ ਇਹਨਾਂ ਨੂੰ ਕਿ ਕੁਰਾਨ 'ਤੇ ਈਮਾਨ ਲੈ ਕੇ ਆਓ, ਈਸਾਈਅਤ ਨੂੰ, ਅਹਿਲੇ ਕਿਤਾਬ ਨੂੰ, ਠੀਕ ਹੈ। ਉਹ ਅਗਰ ਈਮਾਨ ਲੈ ਕੇ ਆ ਜਾਂਦੇ ਕੁਰਾਨ 'ਤੇ ਤੇ ਉਹ ਸਾਡੇ ਨਾਲ ਖੜੇ ਆ। ਮੈਂ ਬਾਰ-ਬਾਰ ਤੁਹਾਨੂੰ ਇਹ ਗੱਲ ਕਹਿ ਰਿਹਾ, ਤੁਸੀਂ ਹੋਰ ਪਾਸੇ ਜਾ ਰਹੇ ਹੋ, ਤੁਸੀਂ ਬਰੀਕੀ ਲੱਭ ਰਹੇ ਹੋ। ਜੱਜਾ ਸਾਹਿਬ ਇੱਕ ਮਿੰਟ, ਜੱਜਾ ਸਾਹਿਬ ਇੱਕ ਮਿੰਟ ਪਹਿਲੋਂ ਉਹ ਸਰ ਉਸ ਤੋਂ ਪਹਿਲੇ ਦੱਸ ਰਿਹਾ ਨਾ, ਹੁਣ ਇੱਕ ਮਿੰਟ ਹੌਸਲਾ ਕਰੋ। ਉਹਦੇ ਵਿੱਚ ਇਹ ਆ ਮੇਰੀ ਜਾਨ ਕਿ ਅਗਰ ਉਸ ਦੇ ਬਾਵਜੂਦ ਅੱਲਾ ਦੇ ਅਹਿਕਾਮਾਤ, ਅੱਲਾ ਦੇ ਹੁਕਮ ਜਿਹੜਾ ਬੰਦਾ ਨਹੀਂ ਮੰਨਦਾ ਕੌਣ ਹੁੰਦਾ? ਕਾਫਰ, ਠੀਕ ਹੈ। ਉਹ ਹੁਣ ਅਗਰ ਕੋਈ ਮਰਦਾ ਪਿਆ ਵਾ ਜਾਂ ਮਰਦਾ ਵਾ ਜਾਂ ਮੰਨ ਗਿਆ ਜਾਂ ਮਰਨਾ ਵਾ, ਜਿਹੜਾ ਈਮਾਨ ਤੋਂ ਬਗੈਰ ਮਰਨ ਡਿਆ, ਕੁਰਾਨ 'ਤੇ ਈਮਾਨ ਨਹੀਂ ਲੈ ਕੇ ਆ ਰਿਹਾ, ਉਹਦੀ ਪਕੜ ਹੁਣ ਨਹੀਂ ਹੋਣੀ ਆ। ਉਹਦਾ ਮਤਲਬ ਇਹਨੇ ਕੋ ਕਿਆਮਤ ਤੱਕ ਅੱਲਾਹ ਪਾਕ ਉਹਨੂੰ ਕਹਿ ਰਿਹਾ ਵਾ ਵੀ ਤੂੰ ਈਮਾਨ ਨਾ ਲੈ ਕੇ, ਤੈਨੂੰ ਮਾਫੀ ਦਾ ਜ਼ਿੰਦਗੀ 'ਚ ਮੌਕਾ ਮਿਲਦਾ ਪਿਆ, ਤੂੰ ਮਰਨ ਟਾਈਮ ਤੋਬਾ ਕਰਨ ਵਾਲੀ ਗੱਲ ਕਰੇ। ਨਹੀਂ, ਐਸੀ ਬਾਤ ਨਹੀਂ। ਆਪਣੀ ਜ਼ਿੰਦਗੀ 'ਚ ਤੋਬਾ ਕਰੇ, ਕੁਰਾਨ 'ਤੇ ਈਮਾਨ ਲੈ ਕੇ ਆਵੇ। ਇਹ ਦਾ ਮਕਸਦ ਇਹ ਵਾ ਕਿ ਕੁਰਾਨ 'ਤੇ ਈਮਾਨ ਲੈ ਕੇ ਆਓ। ਹਜ਼ਰਤ ਈਸਾ ਅਲੈਹਿਸਲਾਮ ਜਦੋਂ ਆਉਣਗੇ ਇਹ ਫਿਰ ਜਿੰਨੀ ਈਸਾਈਅਤ ਹੋਏਗੀ, ਜੱਜ ਸਾਹਿਬ ਇੱਕ ਮਿੰਟ, ਜੱਜ ਸਾਹਿਬ ਮੇਰੀ ਸੁਣੋ, ਫਿਰ ਜਿੰਨੀ ਈਸਾਈਅਤ ਹੋਏਗੀ ਇਹ ਇਸ ਕੁਰਾਨ ਪਾਕ 'ਤੇ ਈਮਾਨ ਲੈ ਕੇ ਆਏਗੀ। ਆਪ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਐਲਾਨ ਕਰੇਗੀ, ਆਪ ਦੀ ਨਬੂਵਤ ਨੂੰ ਵੀ ਮੰਨਣਗੇ, ਆਪ ਦੀ ਸ਼ਰੀਅਤ ਨੂੰ ਵੀ ਮੰਨਣਗੇ ਔਰ ਹਜ਼ਰਤ ਈਸਾ ਅਲੈਹਿਸਲਾਮ ਇਮਾਮਤ ਕਰਵਾਉਣਗੇ। ਸਿਰਫ ਇਹਦਾ ਮਤਲਬ ਇਹ ਵਾ, ਇਹਦੀ ਬਰੀਕੀ 'ਚ ਜਾਣ ਦਾ ਫਾਇਦਾ ਕੋਈ ਨਹੀਂ। ਕੁਰਾਨ ਦੀ ਆਇਤ ਨੂੰ ਉਹਨਾਂ ਦੀ ਮੌਤ ਤੋਂ ਪਹਿਲੋਂ ਸਾਰੇ ਅਹਲੇ ਕਿਤਾਬ ਹੀ ਮੰਨ ਲਿਆਉਣਗੇ। ਉਹ ਬਾਈ ਜਿਹੜਾ ਹੁਣ ਤੇਰੇ ਵਰਗਾ ਨਹੀਂ ਮੰਨਦਾ ਪਿਆ ਹੁੰਦਾ ਕੀ ਹੱਲ ਕਰੇ? ਓਹੋ, ਲੇਕਿਨ ਕੁਰਾਨ ਕੀ ਤੇ ਹੁਸੈਨੀ ਸਾਹਿਬ ਵੱਡਾ ਕਰਿਓ, ਮੈਂ ਹਦੀਸ ਸੁਣਾ ਦਿਆਂ। ਇਹਨਾਂ ਨੂੰ ਵੱਡਾ ਐਡਾ ਕਰੋ ਕਿ ਉਹਨਾਂ ਦੇ ਉੱਤੋਂ ਤਾਲ ਮਾਰ ਕੇ ਖੁਦ अस्सलाम वालेकुम रहमतुल्लाह। ਮਾਸ਼ਾਅੱਲਾ ਜੀ, ਮਾਸ਼ਾਅੱਲਾ ਅਸਰ ਰੌਣਕ ਤੇ ਹੋਣ ਲੱਗਣ ਲੱਗੀ ਹੈ ਨਾ। ਕਹਿੰਦੇ ਕਿ ਜ਼ਮੀਰਾਂ ਸਾਰੀਆਂ ਜਾਂਦੀਆਂ, ਜ਼ਮੀਰਾਂ ਨਹੀਂ ਜਾਂਦੀਆਂ, ਬੇਜ਼ਮੀਰੀਆਂ ਜਾਂਦੀਆਂ। ਉਧਰ ਇਹ ਜਿਹੜੇ ਬੇਜ਼ਮੀਰੇ ਨਾ, ਇੱਕ ਨਬੀ ਰਸੂਲ ਇਨਸਾਨ ਨੂੰ ਆਸਮਾਨ ਤੇ ਚੁਕਾ ਕੇ ਲੈ ਗਏ। ਅੱਲਾ ਆजिज़ ਹੋ ਗਿਆ ਦੁਨੀਆ ਤੇ ਈਸਾ अलैहिस्सलाम ਦੀ ਜ਼ਿੰਦਗੀ महफूज नहीं फरमा सकता सी ਤੇ ਅੱਲਾਹ ਤਾਲਾ ਮਜਬੂਰ ਹੋ ਗਿਆ ਕਿ ਹੁਣ ਮੈਂ ਉਹਨੂੰ ਆਸਮਾਨ ਤੇ ਹੀ ਲੈ ਜਾਵਾਂ ਚੁੱਕਾਂ। ਹੁਸੈਨੀ ਸਾਹਿਬ ਇਹਨਾਂ ਨੂੰ ਆਖੋ, ਕਿਉਂਕਿ ਅਸਾਂ ਬਹੁਤ ਬਰਦਾਸ਼ਤ ਕੀਤਾ ਇਹਨਾਂ ਲੋਕਾਂ ਨੂੰ। ਬੱਚੇ ਆ ਜਾਣ, ਅਸੀਂ ਇਹਨਾਂ ਨੂੰ ਆਖੋ ਕਿ ਆਪਣੀ ਜ਼ਬਾਨ ਨੂੰ ਕੰਟਰੋਲ 'ਚ ਰੱਖਣਾ, ਨਹੀਂ ਤੇ ਸਾਡੇ ਵਾਸਤੇ ਸਾਰੇ ਰਾਹ ਖੁੱਲੇ ਨੇ। ਬ੍ਰੇਕ ਦਾ ਟਾਈਮ ਆ ਗਿਆ ਲੱਗਦਾ ਸਾਨੀ ਸਾਹਿਬ। ਤੁਹਾਡੇ 2000 ਸਾਲ ਗੁਜ਼ਰ ਗਏ। ਹੁਸੈਨੀ ਸਾਹਿਬ ਬ੍ਰੇਕ ਲੈ ਲਓ, ਨਹੀਂ ਤੇ ਫਿਰ ਮੈਂ ਗੁਜ਼ਰ ਗਏ। ਤੁਸੀਂ ਵੀ ਜ਼ੋਰ ਲਾ ਲਓ, ਅਸੀਂ ਨਹੀਂ ਆਣ ਦਿਆਂਗੇ। ਜ਼ੋਰ ਲਾਓ, ਬਹੁਤ ਜ਼ਰੂਰੀ ਹੈ ਵਕਫਾ ਅਜ਼ਮੀ ਕਰਾਂਗੇ। ਤਲਤਵਾਨ ਸਾਹਿਬ ਜਾ ਕੇ ਨਾ ਸ਼ਰਾਬ ਦਾ ਘੁੱਟ ਲਾਓ ਤੇ ਜਾ ਕੇ ਕੋਈ ਹੋਰ ਬਰਾ ਢੂੰਡੋ, ਉੱਥੇ ਜਾ ਕੇ ਨਾ ਬਕਵਾਸਾਤ ਕਰੋ। ਬਲੈਕ ਲੇਬਲ ਪੀਤੀ ਹੈ, ਉਹ ਆ ਕੇ ਸਾਨੂੰ ਦੱਸੇਗਾ ਕੌਣ ਜ਼ਮੀਰ ਵਾਲਾ ਤੇ ਕੌਣ ਬੇਜ਼ਮੀਰ ਹੈ। ਤੇਰੇ ਪਿਓ ਖਬੀਸ ਦੀ ਕਮਾਈ ਦਾ ਪੀਣੇ ਕੁੱਤੇ ਦੇ ਪੁੱਤਰਾ। ਇੱਕ ਬੰਦਾ ਉਹ ਆ ਕੇ ਲੋਕਾਂ ਨੂੰ ਜ਼ਮੀਰ ਦੱਸੇਗਾ ਜਿਹੜਾ ਆਂਦਾ ਕਿ ਮੈਂ ਸ਼ਰਾਬ ਦੇ ਟੱਬ ਵਿੱਚ ਵੀ ਲਟਿਆ ਵਾ, ਕਿਸੇ ਨੂੰ ਕੀ ਹੈ। ਤੇਰੇ ਪਿਓ ਬੇਗੈਰਤ ਦੀ ਪੀਣਾ,
ਕੁੱਤੀ ਦੇ ਪੁੱਤਰਾ ਬੇਨਸਲਿਓ ਮਜ਼ਬੀ ਕੁੱਪੀਆਂ ਪੀਣ ਵਾਲੇ ਨਹੀਂ ਅਠਰੇ ਤੂੰ ਇੱਥੇ ਆ ਕੇ ਦੱਸੇਗਾ ਇੱਕ ਸ਼ਰਾਬੀ ਇੱਕ ਨਸ਼ਈ ਹਬੀਸੋ ਬਲੈਕ ਲੇਬਲ ਪੀਣ ਵਾਲਾ ਉਹ ਆ ਕੇ ਸਾਨੂੰ ਦੱਸੇਗਾ ਤੁਹਾਡੇ ਨਸੀਬ ਵਿੱਚ ਕੁੱਪੀਆਂ ਲਿਖੀ ਦੀਆਂ ਉਹ ਆ ਕੇ ਸਾਨੂੰ ਦੱਸੇਗਾ ਜ਼ਮੀਰਾ ਕੌਣ ਹੈ ਤੇ ਜ਼ਮੀਰਾ ਕੌਣ ਹੈ ਪਿਓ ਦਾਦਾ ਮਰ ਗਏ ਅਬਦੁੱਲਾ ਜ਼ਾਤੀਆ ਉਹਨਾਂ ਦੇ ਪਿਓ ਦਾਦਾ ਮਰ ਗਏ ਉਹਨਾਂ ਦੇ ਪਿਓ ਦਾਦਾ ਮਰ ਗਏ ਉਹਨਾਂ ਦੇ ਪਿਓ ਮਿਰਜ਼ੇ ਦਾਦਾ ਨੂੰ ਵੀ ਮਰ ਸੱਚਾ ਗਏ ਸਾਬਤ ਕਰਕੇ ਦੱਸੋ ਮਿਰਜ਼ੇ ਨੂੰ ਵੀ ਸੱਚਾ ਸਾਬਤ ਕਰਕੇ ਦੱਸੋ ਅਬਦੁੱਲਾ ਜ਼ਾਤੀਆ ਤੇ ਪਹੁੰਚ ਠੀਕ ਹੈ ਮਿਰਜ਼ੇ ਨੂੰ 130 ਸਾਲ ਹੋ ਗਏ ਨੇ ਨਾ ਅਸੀਂ ਨਹੀਂ ਲੱਗੇ ਹੋ ਨਾ ਦੁਨੀਆ 'ਚ ਲੱਗੇ ਹੋ ਨਾ ਫਿਰ ਹੈ ਨਾ ਦੁਨੀਆ 'ਚ ਜ਼ਲੀਲ ਹੋ ਰਹੇ ਹੋ ਨਾ ਖਲੀਫਾ ਜਿਹੜਾ ਉਹ ਸ਼ਰਮ ਲੈ ਕੇ ਬੈਠਿਆ ਉੱਥੇ ਤੁਹਾਡੀਆਂ ਔਲਾਦਾਂ ਪਿੱਟਣ ਲੱਗ ਠੀਕ ਹੈ ਗਈਆਂ ਸਾਰੀ ਦੁਨੀਆ 'ਚ ਤੁਹਾਨੂੰ ਛਿੱਤਰ ਪੈ ਰਹੇ ਨੇ ਸਾਰੀ ਦੁਨੀਆ 'ਚ ਤੁਹਾਨੂੰ ਛਿੱਤਰ ਪੈ ਰਹੇ ਨੇ ਅਬਦੁੱਲਾ ਜ਼ਾਤੀਆ ਤੇ ਦੁਨੀਆ ਤੇ ਭੌਂਕਣਾ ਆ ਕੇ ਤੂੰ ਸ਼ੁਰੂ ਕੀਤਾ ਹੈ ਭੌਂਕਣਾ ਆ ਕੇ ਤੂੰ ਸ਼ੁਰੂ ਕੀਤਾ ਹੈ ਨਸ਼ਾ ਕਰਕੇ ਆ ਜਾਣਾ ਸਾਰੀ ਰਾਤ ਨਸ਼ਾ ਕਰਦਾ ਰਹਿਣਾ ਸਾਰੀ ਰਾਤ ਨਸ਼ਾ ਕਰਦਾ ਰਹਿਣਾ ਤੇ ਸਵੇਰ ਸਵੇਰ ਹੁੰਦੇ ਇੱਥੇ ਚੜ ਜਾਣਾ ਸਾਈਆਂ ਅੱਗੇ ਭੀਖ ਸ਼ਰਮ ਨਹੀਂ ਆਉਂਦੀ ਤੈਨੂੰ ਹੱਥ ਮੰਗ ਕੇ ਰੋਟੀ ਖਾਂਦੇ ਹੋ ਤੁਸੀਂ ਸਾਨੂੰ ਸ਼ਰਮ ਆ ਜਾਂਦੀ ਹੈ ਕਿ ਬਜ਼ੁਰਗ ਹੈ ਲੇਕਿਨ ਤੈਨੂੰ ਕੋਈ ਸ਼ਰਮ ਨਹੀਂ ਹੈ ਘਰ ਤੋਂ ਕੁੱਤਿਆਂ ਤੁਹਾਡੇ ਪਿਓ ਦਾ ਤੇਰਾ ਫਹਿਮ ਇਹਦਾ ਹੁਸੈਨੀ ਸਾਹਿਬ ਦਾ ਫਹਿਮ ਜ਼ੋਰਬੰਦ ਹੈ ਕੁਰਾਨ ਦੀ ਅਰਬੀ ਵੀ ਤੁਸੀਂ ਪੜ੍ਹਨੀ ਹੈ ਤਰਜਮਾ ਵੀ ਤੁਸੀਂ ਕਰਨਾ ਹੈ ਤੇ ਫਹਿਮ ਮੈਂ ਦੱਸਾਂਗਾ ਉਹ ਵੀ ਸ਼ਰਾਬ ਪੀ ਕੇ ਸ਼ਰਾਬ ਪੀ ਕੇ ਤੂੰ ਸ਼ਰਾਬ ਪੀ ਦੀਏ ਤੂੰ ਇਹ ਆਪਣੇ ਅਲਫਾਜ਼ ਨੇ ਕਿ ਜਦੋਂ ਦਾ ਮੈਂ ਮਰਜ਼ਈ ਹੋਇਆ ਮੈਂ ਕੋਈ ਖਰਾ ਨਹੀਂ ਪੀਤਾ ਕੋਈ ਦੇਸੀ ਨਹੀਂ ਪੀਤੀ ਮੈਂ ਹਮੇਸ਼ਾ ਮਰਜ਼ਈ ਹੋਣੇ ਤੋਂ ਬਾਅਦ 20 ਸਾਲ ਹੋ ਗਏ ਨੇ ਮੈਨੂੰ ਮੈਂ ਬਲੈਕ ਲੈਬਲ ਹੀ ਪੀਤੀ ਹੈ ਉਹ ਖਬੀਸ ਦੇ ਬੱਚੇ ਕਦੀ ਤੇ ਸੱਚ ਬੋਲੋ ਸ਼ਰਾਬੀ ਆ ਕੇ ਹੁਣ ਇੱਥੇ ਦੱਸਣਗੇ ਸਾਨੂੰ ਕਿ ਕੌਣ ਜ਼ਮੀਰ ਵਾਲਾ ਤੇ ਕੌਣ ਬੇਜ਼ਮੀਰ ਹੈ ਸਾਡੇ ਨੂੰ ਅਖੀਰ ਹੋ ਗਈ ਅਸੀਂ ਬਿਲਕੁਲ ਜਿਹੜਾ ਵੀ ਮਰਜ਼ਈ ਆ ਕੇ ਬਕਵਾਸ ਕਰੇਗਾ ਉਹਨੂੰ ਉਤਨਾ ਜਵਾਬ ਦਿੱਤਾ ਜਾਏਗਾ ਬੇਗੈਰਤਾ ਤੁਸੀਂ ਮਰਜ਼ਈ ਜਿਹੜਾ ਮਰਜ਼ਈ ਕਾਦੀਆਨੀ ਆ ਕੇ ਹੁਸੈਨੀ ਸਾਹਿਬ ਹੁਸੈਨੀ ਸਾਹਿਬ ਨਾ ਚੁੱਪ ਕਰੋ ਯਾਰ ਮਰਜ਼ਈਓ ਤੁਹਾਡੇ ਤੇ ਹੁਸੈਨੀ ਸਾਹਿਬ ਨੂੰ ਸਮਝਾਓ ਨਹੀਂ ਆਣਦੇ ਹੁਸੈਨੀ ਸਾਹਿਬ ਨੂੰ ਚੁੱਪ ਕਰਾਓ ਯਾਰ ਇੱਕ ਗੱਲ ਹੋ ਰਹੀ ਹੈ ਬਹਿਸ ਹੋ ਰਹੀ ਹੈ ਹੁਸੈਨੀ ਸਾਹਿਬ ਮੁਨਾਸਬ ਨੇ ਬੜੀ ਅੱਛੀ ਗੱਲ ਦੱਸਣ ਲੱਗ ਪਿਆ ਜ਼ਮੀਰਾਂ ਤੇ ਬੇਜ਼ਮੀਰਾਂ ਦੱਸਣ ਲੱਗ ਪਿਆ ਉੱਤੇ ਬੈਠੇ ਦਵੀਰ ਤੇਰੀ ਹੁਸੈਨੀ ਸਾਹਿਬ ਨਾਲ ਚੁੱਪ ਕਰੋ ਮਲਕ ਸਾਹਿਬ ਖਾਮੋਸ਼ੀ ਇਖਤਿਆਰ ਕਰੋ ਇੱਕ ਮਿੰਟ ਅਬਦੁੱਲਾ ਭਾਈ ਠਹਿਰੋ ਅਬਦੁੱਲਾ ਭਾਈ ਇੱਕ ਮਿੰਟ ਠਹਿਰੋ ਯਾਰ ਅਬਦੁੱਲਾ ਭਾਈ ਪਲੀਜ਼ ਇੱਕ ਮਿੰਟ ਜਨਾਜ਼ਾ ਨਹੀਂ ਪੜਿਆ ਕਿਉਂਕਿ ਉਹ ਮੁਸਲਮਾਨ ਸੀ ਉਹ ਆ ਕੇ ਅਬਦੁੱਲਾ ਭਾਈ ਇੱਕ ਮਿੰਟ ਮਲਕ ਸਾਹਿਬ ਜਨਾਜ਼ਾ ਨਹੀਂ ਪੜਿਆ ਵਜ੍ਹਾ ਕੀ ਸੀ ਕਿ ਉਹ ਮੁਸਲਮਾਨ ਨਹੀਂ ਸੀ ਮਲਕ ਸਾਹਿਬ ਇਸ ਤਰ੍ਹਾਂ ਦੀ ਗਾਲਾਂ ਨਾ ਦੋ ਮਲਕ ਸਾਹਿਬ ਇਸ ਤਰ੍ਹਾਂ ਦੀ ਗੱਲ ਨਹੀਂ ਦੇਈਦੀ ਖਬੀਸ ਤੇ ਬੱਚਾ ਏਦਾਂ ਦੀ ਗੱਲ ਨਹੀਂ ਕਹੀ ਮਲਕ ਸਾਹਿਬ ਇਸ ਤਰ੍ਹਾਂ ਦੀ ਗੱਲ ਨਹੀਂ ਕਰੋ ਪੀ ਕੇ ਸਾਰੀ ਰਾਤ ਸ਼ਰਾਬ ਪੀ ਕੇ ਤੇ ਆ ਕੇ ਜਿਸ ਬਰਾਂਡ ਤੇ ਚੜ ਕੇ ਆ ਕੇ ਬਦਤਮੀਜ਼ੀ ਸ਼ੁਰੂ ਕਰ ਤੁਹਾਡੇ ਕੋਲ ਵੀ ਨਹੀਂ ਪੀਂਦੇ ਸ਼ਰਾਬ ਉਹ ਤੁਹਾਡੇ 20 ਸਾਲ ਹੋ ਗਏ ਤੈਨੂੰ 20 ਸਾਲ ਹੋ ਗਏ ਤੈਨੂੰ ਤੁਹਾਡੇ ਮਰਜ਼ਈ ਹੋਇਆ ਤੇ ਤੈਨੂੰ ਕਿਸੇ ਤਮੀਜ਼ ਨਹੀਂ ਸਿਖਾਈ ਉਹ ਤੂੰ ਮਦਰਸੇ 'ਚ ਕਰਦਾ ਰਿਹਾ ਹੈਗਾ ਨਾ ਕੰਮ ਅੱਲਾ ਦੀ ਅੰਮੀ ਸ਼ਰਾਬ ਮਦਰਸੇ 'ਚ ਕਰਦਾ ਰਿਹਾ ਤੇ ਗੱਲ ਲੱਗਿਆ ਇੱਕ ਆਰਾਮ ਨਾਲ ਗੱਲ ਲੱਗਿਆ ਕਰਨ ਤੇ ਕੋਈ ਗੱਲ ਯਾਰ ਹਲੋ ਓ ਯਾਰ ਇੱਕ ਮਿੰਟ ਹੱਥ ਸੁਣੋ ਓ ਯਾਰ ਓ ਯਾਰ ਤੇ ਗੱਲ ਹੋ ਰਹੀ ਸੀ ਆਰਾਮ ਨਾਲ ਗੱਲ ਹੋ ਰਹੀ ਸੀ ਕਿਸੇ ਗੱਲ ਨਹੀਂ ਕੀਤੀ ਕਿ ਫਲਾਣਾ ਬੇਜ਼ਮੀਰਾ ਤੇ ਫਲਾਣਾ ਜ਼ਮੀਰਾ ਤੇ ਫਲਾਣਾ ਇਹ ਤੇ ਫਲਾਣਾ ਉਹ ਇਹਨਾਂ ਨੂੰ ਖਬੀਸਾਂ ਨੂੰ ਇਹਨਾਂ ਮਲੂਮਾਂ ਨੂੰ ਇਹ ਨਹੀਂ ਪਤਾ ਕਿਤੇ ਬਵੀ ਦਾ ਕੁਝ ਨਹੀਂ ਮੈਂ ਮਲਕ ਦੌਲਤ ਵਾਨ ਮੈਂ یہ میں وہ ہے تنو منگ کے 60 سال عمر ہو گئی تنو بندیاں بیٹھے تو پتہ نہیں لگا بندیاں کی بندیاں بیٹھے تو تنو تھلے لا دے تھلے کدے کسی نو بنا چوکا کدے کسی نو بے ضمیر ہے کدے کسی نو کچھ تے کدے کسی نو کچھ شرم نام دی چیز ہی نہیں تیرے اندر نمک حرام ہو نمک حرام بعد نسل تو ہے شراب پی کے ساری رات شراب پی کے ساری رات بلیک لیبل پی کے تے چڑھ جانا صبح تو ٹک ٹاک تے چڑھ جانا آ کے بدتمیزی شروع کر دینا ماں اپنی تو جنازہ صرف پیس ہو جا تو نہیں پڑیا کیوں غیر احمدی سی کیا ریڈ لیبل پی کیا پھر میرے تے چڑھ ادی اماں اس طرح کہندی میں تیری ماں اج احمدی ہو جائے تو پڑھے گا جنازہ بکواس کر دے تیری ماں اج احمدی ہو جائے تو جنازہ پڑھے گا پترا نہیں بکواس کرنا ہے حرام دی اولاد تیری ماں احمدی ہو جائے تو جنازہ پڑھے گا کرو مرزیت دی تبلیغ کرو مرزا غلام احمد قادیانی نے تانوں یہی سکھایا تہاڈی یہی تربیت کیتی ہے استاد نے حرام دی اولاد کتی دی پترا
ਕਰ ਮਰਜ਼ਈਆ ਦੀ ਤਬਲੀਗ ਕਰ ਕੱਢ ਗਾਰਾ ਕੋਈ ਸ਼ਾਇਦ ਛੋੜੀ ਯਾਰ ਸ਼ਰਮ ਨਾਂ ਦੀ ਚੀਜ਼ ਹੀ ਨਹੀਂ ਉਮਰ 60 ਹੋ ਗਈ ਹੈ ਕੁੱਤੇ ਦੇ ਪੁੱਤਰਾਂ ਕੀ ਫਿਕਰ ਪੋਤਰੇ ਤਰਪੋਤਰੇ ਵਾਲਾ ਹੋ ਗਿਆ ਤੇ ਸ਼ਰਮ ਨਾਂ ਦੀ ਚੀਜ਼ ਹੀ ਕੋਈ ਨਹੀਂ ਅਬਦੁੱਲਾ ਇਜਾਜ਼ਤ ਦੇ ਦਿਓ ਮੈਨੂੰ ਥੋੜੀ ਇਜਾਜ਼ਤ ਦਿਓ ਹੁਸੈਨੀ ਭਾਈ ਇਹਨਾਂ ਨੂੰ ਮਿਊਟ ਕਰੋ ਮੈਨੂੰ ਇਜਾਜ਼ਤ ਕਿਸ ਹੁਸੈਨੀ ਸਾਹਿਬ ਕਿਸ ਵੇਲੇ ਤੇ ਅਸੀਂ ਲੱਗੇ ਹਾਂ ਕੋਈ ਬਦਤਮੀਜ਼ੀ ਨਹੀਂ ਕੀਤੀ ਕਿਸੇ ਨੂੰ ਕੋਈ ਚੋਪਾ ਨਹੀਂ ਲਾਇਆ ਮੈਨੂੰ ਇਜਾਜ਼ਤ ਦੇ ਉਹਨੂੰ ਆਪਣਾ ਨਹੀਂ ਬਣਾ ਸਕਦੇ ਤੇ कितना को बर्दाश्त करिए हुसैनी साहब कितना को बर्दाश्त करिए ਮੈਨੂੰ ਇਜਾਜ਼ਤ ਦਿਓ ज्यादा नहीं है जितनी तेरी अम्मी बर्दाश्त कर दी है इतनी करनी मलिक साहब एक मिनट अब्दुल्ला एक मिनट ठहर मलिक साहब देखो यार अब्दुल्ला एक मिनट ठहर यार अब्दुल्ला ठहर मलिक साहब कोई ख्याल करो कम से कम तुसी मावा भैणा ते पहुंचना पियो अपनी तबलीग है वा यार मेरी यही खुदा दा ना यार मैं तुसी दसो सन पीड़े भाईजान सानू पीर नहीं है मेरे कह रहे एक मिनट अब्दुल्ला भाई ठहरो नहीं ओ यार अब्दुल्ला तू चुप कर यार अब्दुल्ला चुप कर अब्दुल्ला एक मिनट यार अब्दुल्ला मलिक साहब पता की गल इन्ना ਅੱਛਾ ਲੱਗ ਰਿਹਾ ਸੀ ਤੁਸੀਂ ਆਏ ਹੋ ਉਹ ਤੁਹਾਡਾ ਸਾਰੇ ਇਹਤਰਾਮ ਕਰਦੇ ਆ ਤੁਸੀਂ ਇਸ ਤਰ੍ਹਾਂ ਦੀ ਗੱਲ ਨਾ ਕਰੋ ਮਿਹਰਬਾਨੀ ਜਿਹੜਾ ਇਹਤਰਾਮ ਨਹੀਂ ਕਰਦਾ ਨਾ ਕਰੇ ਮੈਨੇ ਤਾਂ ਇਹਤਰਾਮ ਕਰਵਾਉਣਾ ਆਉਂਦਾ ਹੈ ਮਲਿਕ ਸਾਹਿਬ ਪਤਾ ਗੱਲ ਕੀ ਇਹ ਨਹੀਂ ਹੁੰਦਾ ਵੀ ਇਹਤਰਾਮ ਅਲੱਗ ਚੀਜ਼ ਆ ਬੰਦਾ ਬਦਤਮੀਜ਼ੀ ਕਰੇਗਾ ਬੰਦਾ ਅੱਛਾ ਨਹੀਂ ਲੱਗਦਾ ਤੁਸੀਂ ਆਪਾਂ ਨੂੰ ਲੋਕ ਗੱਲਾਂ ਇਸੇ ਗੱਲ ਤੋਂ ਕਰਦੇ ਤੁਸੀਂ ਕਹਦੇ ਹੋ ਤੁਸੀਂ ਜ਼ਿਆਦਾ ਸੁਣ ਪੀੜ ਹੈ ਤਕਲੀਫ ਹੈ ਤੁਸੀਂ ਲੈ ਲਓ ਭਾਈ ਮੈਨੂੰ ਸ਼ਰਾਬੀ ਕਹਿ ਰਿਹਾ ਸੁਣ ਨਹੀਂ ਪੀੜ ਉਹਦੀ ਮੈਂ ਭਾਈ ਨੂੰ ਕਹਿ ਰਿਹਾ ਉਹ ਮਨਾ ਕਰ ਰਿਹਾ बेज़मीरा क्यों आख्या सानू पहले अब्दुल्ला ने एक लफ्ज़ नहीं तू बेज़मीरा क्यों आख्या सानू तू बेज़मीरा क्यों आख्या ਮੇਰੀ ਮਾਂ ਦੀ ऐसा कोई आख्या ਤੁਹਾਨੂੰ ਆਰਾਮ एक गल हो रही है मैं बाहर नहीं आख्या ਕਿ ਤੇਰੀ ਮਾਂ ਜਲੇ ਦੇ मैं बाहर नहीं आख्या और ਤੁਸੀਂ ਪਹਿਲ ਕਰੋਗੇ ਤੇ ਤੁਹਾਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਤੇ ਬੇਜ਼ਮੀਰਾ ਕਹਿਣਾ कोई गुंजाइश नहीं ਉਹ ਲੁਕਮਾਨ ਬੇਜ਼ਮੀਰਾ ਕਹਿਣਾ ਪੈੜੀ ਗੱਲ ਉਹ ਯਾਰ ਗੱਲ ਤੇ ਸੁਣੋ ਯਾਰ ਹੈਲੋ ਮਲਿਕ ਸਾਹਿਬ ਕੋਰ ਆ ਯਾਰ ਮੈਂ ਨਾ ਤੁਹਾਡੀ ਮਰਜ਼ੀਆਂ ਦੀ ਐਸੀ ਅਬਦੁੱਲਾ ਇੱਕ ਮਿੰਟ ਅਬਦੁੱਲਾ ਭਾਈ ਇੱਕ ਮਿੰਟ ਤੁਸੀਂ ਨਾ ਬੋਲੋ ਯਾਰ ਨਾ ਬੋਲੋ ਅਸੀਂ ਕੋਸ਼ਿਸ਼ ਕਰਨੇ ਆ ਕਿ ਚਲੋ ਕੋਈ ਗੱਲ ਅਬਦੁੱਲਾ ਇੱਕ ਮਿੰਟ ਚੁੱਪ ਤੇ ਕਰੀ ਅਬਦੁੱਲਾ ਇੱਕ ਮਿੰਟ ਚੁੱਪ ਕਰੀ ਬਗੈਰ ਤੁਹਾਨੂੰ 60 ਸਾਲ ਦੇ ਬੁੱਢੇ ਮਰਜ਼ਈ ਹੋ ਗਏ ਨੇ ਤੇ ਗੱਲ ਕਰਨ ਦਾ ਨਹੀਂ ਪਤਾ ਮੇਰੀ ਅੰਮਾ ਤੇ ਨਹੀਂ 60 ਸਾਲ ਦੀ ਉਮਰ ਹੋ ਗਈ ਹੈ ਇਹਨੂੰ ਸ਼ਰਮ ਹੋਈ ਆਈ ਨਹੀਂ ਇਹਨੂੰ ਕਿਨੇ ਇਹਨੂੰ ਇਹ ਨਹੀਂ ਪਤਾ ਬੰਦਿਆਂ ਜਾ ਕੇ ਬਹਿਣਾ ਕਿਵੇਂ ਅਬਦੁੱਲਾ ਭਾਈ ਤੁਹਾਨੂੰ ਅਬਦੁੱਲਾ ਭਾਈ ਬੜੀ ਗੰਦੀ ਗਾਲੀ ਕੱਢਦਾ ਤੁਸੀਂ ਫਾਰਕ ਕਰੋ ਰਹਿਣ ਦੋ ਪੁਰ ਕਰਾਓ ਬਸ अच्छा हुसैनी साहब मेहरबानी यार गाला तेरे ने और मिर्जा कादियानी ने सिखाया कि अब्दुल्ला भाई बैक हो जाओ बेहतर ही है जज़ाकल्लाह मैं क्या बैक हो जाए भाई जन होर से की कहना ਤੁਹਾਡੇ ਨਾਲ ਸਾਡੀ ਕੋਈ ਬਾਤ ਨਹੀਂ ਬਣਦੀ ਸਾਡਾ ਅਸੀਂ ਤੁਹਾਨੂੰ ਕਿਵੇਂ ਕਹਿ ਸਕਦੇ ਕੋਈ ਗੱਲ ਚੰਗੀ ਮਾੜੀ ਤੋਂ ਵੱਡੇ ਹੋ ਤੁਸੀਂ ਤਾਹਿਰ ਅਮਜਦ ਸਾਹਿਬ ਲੁਕਮਾਨੀ ਭਾਈ ਸੁਣ ਲਓ ऐसे पहले भी आके ना ऐस लुकमान ने तजावुज कीता है इन्हें आके पहले अब्दुल्ला एक मिनट खामोशी अब्दुल्ला एक मिनट खामोशी बकवास करेंगे ऐसी बिल्कुल रियायती गुफ्तगू खत्म कोई रियायती गुफ्तगू नहीं होगी अब्दुल्ला भाई तू भी शराबी शराब पींदा है ओदी वीडियो है मेरे कोल ओने आख्या जदों दा मैं मरज़ई होया देसी नहीं पीती हमेशा ब्लैक लेबल पीती है मोहम्मद सल्लल्लाहु अलैहि फरमान अब्दुल्ला भाई करता हूँ तुसी मांग के अब्दुल्ला भाई एक मिनट तुझे अगर खामोश हो जाएगा ना अब्दुल्ला भाई एक मिनट खामोश हो जाएगा ना तो शायद कोई गल ਇਹਦਾ ਵੱਡਾ ਭਰਾ ਬਣ ਜਾ ਅਬਦੁੱਲਾ ਇਹਦਾ ਭਰਾ ਬਣ ਜਾ मलिक साहब मेहरबानी करो मलिक साहब ऐसे तो बदतमीजी नहीं कर सकते ਉਹਨੇ 6ਵੀਂ ਜਾਈ ਭਾਈ ਆਪਣੇ ਇੱਜ਼ਤ ਆਪਣੇ ਹੱਥ ਵਿੱਚ ਆਉਂਦੀ ਹੈ ਤੂੰ ਖਾਮੋਸ਼ ਹੋ ਜਾ ਭਾਈ नहीं मैं तो कह रहा भाई नहीं अच्छा लगता भी चाहिए ना तो क्यों आके आख्या बेज़मीरा ਤੁਸੀਂ बेज़मीरा कहना बुरी गल है उम्र तेरी कितनी है ਮੇਰਾ ਕਹਿਣਾ उम्र तेरी कितनी है हुसैनी भाई ਅਸੀਂ ਤੁਹਾਨੂੰ ਕਹੀਏ ਤੁਸੀਂ ਵੀ ਮਲੂਨ ਹੋ ਕਾਫਰ ਹੋ ਖੰਜ਼ੀਰ हुसैनी भाई मलिक साहब ने रिक्वेस्ट करो ਕਾਬਲ ਬੁਲਾ मैं क्या मैं पे करता हूं हां जी काफर ते बुलाना मुसलमान अपने आप लोगों ਨੂੰ ਮਾਂ ਦਾ ਜਨਾਜ਼ਾ ਤੂੰ ਐਡਾ ਮਰਦੂਦ ਸ਼ਖਸ ਹੈ ਐਡਾ ਮਰਦੂਦ ਸ਼ਖਸ ਹੈ ਤੂੰ ਆਪਣੀ ਮਾਂ ਦਾ ਜਨਾਜ਼ਾ ਨਹੀਂ ਪੜਿਆ ਕਿ ਤੇਰੀ ਮਾਂ ਐਮਦੀ ਹੋ ਜਾ ਅੱਜ ਤੇਰੀ ਮਾਂ ਨੇ ਦੱਸਿਆ ਉਹ ਗੈਰ ਅਹਿਮਦੀ ਹੈ ਤੇਰੀ ਮਾਂ ਐਮਦੀ ਹੋ ਜਾ ਮੈਂ ਪਿਓ ਦਾ ਜਨਾਜ਼ਾ ਨਹੀਂ ਪੜਿਆ ਮੈਂ ਤੁਹਾਡੀ ਤਰ੍ਹਾਂ ਬਗੈਰ ਤੇ ਉਹ ਗੈਰ ਅਹਿਮਦੀ ਇਹ ਤੇ ਤੁਹਾਡੀ ਤਬਲੀਗ ਦੇ ਬੱਚੋਂ ਹਜ਼ਾਰ ਰੁਪਏ ਪਿੱਛੇ हेलो यार मलिक साहब तू हर बंदे ਨੂੰ ਗਾਲਾਂ ਕਹਿ ਰਹੀ ਹੈ ਨਾ अब्दुल्ला एक मिनट ठहर यार हर किस्म गाल ਕੱਢੀ ਜਾਂਦਾ मलिक साहब की गल खैर क्या
ਤੈਨੂੰ ਜ਼ਿਆਦਾ ਸੋਹਣੀਆਂ ਗਾਲਾਂ ਅਸੀਂ ਕੱਢ ਸਕਦੇ, ਐਡੀ ਗੱਲ ਕੋਈ ਨਹੀਂ, ਤੇਰੀ ਬਰੋਡ ਤੇ ਇਹਦਾ ਮਤਲਬ ਇਹ ਕੋਈ ਨਹੀਂ ਹੈ। ਅਬਦੁੱਲਾ ਇੱਕ ਮਿੰਟ ਠਹਿਰ ਯਾਰ, ਅਬਦੁੱਲਾ ਇੱਕ ਮਿੰਟ, ਅਬਦੁੱਲਾ ਇੱਕ ਮਿੰਟ ਠਹਿਰ, ਅਬਦੁੱਲਾ ਇੱਕ ਮਿੰਟ ਠਹਿਰ ਯਾਰ, ਗਾਲ ਕੱਢ ਤੈਨੂੰ, ਅਬਦੁੱਲਾ ਇੱਕ ਮਿੰਟ ਯਾਰ, ਅਬਦੁੱਲਾ ਹੁਣ ਉਹਨੇ ਕੌਣ ਗਾਲ ਕੱਢਣ ਦੇ, ਕੱਢੇਗਾ ਗਾਲ, ਕੱਢ ਵੀ ਗਾਲ ਤੈਨੂੰ, ਕੱਢ ਫੇ ਗਾਲ ਯਾਰ, ਤੈਨੂੰ ਦੱਸਾਂ ਗਾਲ ਕੱਢ ਫਿਰ, ਤੈਨੂੰ ਤਮੀਜ਼ ਨਹੀਂ, ਤੇਰੀ ਭੈਣ ਦੇ ਫੁੱਦੇ ਚ ਵੜ ਜਾਗਾ ਮੈਂ, ਕਿਸੇ ਟੈਕਸੀ ਦੇ ਬੱਚਿਆ, ਉਹ ਭੈਣ ਚੋ ਦਾ ਮੇਰੇ ਤੂੰ ਲਾਵੇਂ, ਤੇਰੀ ਮਾਂ ਦੇ ਫੁੱਦੇ ਚ ਲੰਨ ਮਾਰਿਆ, ਆਹ ਫੁੱਦੀ ਦੇ ਤੇਰੀ ਭੈਣ ਦੀ ਘੂਸੇ ਚ ਬੋਵਨ ਦੀ ਟੈਕਸੀ ਦੇ ਬੱਚਿਆ, ਗੰਦੀ ਮਾਂ ਦਾ ਲੰਨ ਲੈਣੀ ਦਾ ਭੈਣ ਚੋ ਬਗਾਰਤ, ਉਹ ਇਹਦੀ ਭੈਣ ਦੀ ਵੀ ਲੰਨ, ਜਨਾਨੀ ਨੂੰ ਕੱਢੋ ਦੀ ਔਲਾਦ ਆਂਦੀ ਕੁੜੀਆਂ ਭੈਣ ਜਵਾਂਦੀਆਂ, ਜਨਾਨੀ ਨੂੰ ਕੱਢੋ, ਘੂਸਿਆਂ ਚ ਬੋਵਨ ਦੀ ਦਲੀਆਂ ਦੀ ਭੈਣ ਦੀ ਲੰਨਣੀਆਂ ਟੈਕਸੀਆਂ, ਇਹਨੇ ਆਪਣੀਆਂ ਤੇ ਕੁੜੀਆਂ ਦੀ ਔਲਾਦ ਦੁਬਈ ਰੱਖੀ, ਚਲਾਉਂਦਾ ਧੀਆਂ ਆਪਣੀਆਂ, ਪੈਸੇ ਖਾਂਦਾ, ਬੱਚਾ ਜੰਮਿਆ ਧੀਆਂ ਚਲਾਉਂਦਾ ਦੁਬਈ ਤੇ ਫਿਰ ਸ਼ਰਾਬ ਪੀਂਦਾ। ਅਬਦੁੱਲਾ ਇੱਕ ਮਿੰਟ, ਅਬਦੁੱਲਾ ਮੇਰੀ ਆਵਾਜ਼ ਕਲੀਅਰ ਜਾਣ ਦੇ, ਅਬਦੁੱਲਾ ਤੂੰ ਇੱਕ ਮਿੰਟ ਖਾਮੋਸ਼ ਕਰ, ਮੈਂ 3 ਮਿੰਟਾਂ ਚ ਇਹਨੂੰ ਖਾਮੋਸ਼ ਕਰਾ ਦੇਣਾ। ਤੇਰੀ ਮਾਂ ਇਹ ਆਪਣੀਆਂ ਨਾ ਧੀਆਂ ਚਲਾਉਂਦਾ ਹੀ, ਇਹ ਧੀਆਂ ਆਪਣੀਆਂ ਚਲਾਉਂਦਾ ਹੀ ਤੇ ਉਹਦੀ ਕਮਾਈ ਖਾਂਦਾ ਹੀ, ਸ਼ਰਾਬ ਤੱਦ ਪੀਂਦਾ ਹੀ, ਹਲਾਲ ਜਗ੍ਹਾ ਤੇ ਹਲਾਲ ਲੱਗਦੇ ਪੈਸੇ, ਹਰਾਮ ਜਗ੍ਹਾ ਤੇ ਹਰਾਮ ਲੱਗਦੇ ਹੀ, ਇਹ ਆਪਣੀ ਧੀਆਂ ਦੀ ਕਮਾਈ ਖਾਂਦਾ ਪਿਆ ਹੀ। ਅਬਦੁੱਲਾ ਤੂੰ ਕੋਈ ਪਰੇਸ਼ਾਨ ਹੋਣਾ, ਤੈਨੂੰ ਨਜ਼ਰ ਨਹੀਂ ਆਉਂਦਾ ਵੀ ਧੀਆਂ ਚਲਾਉਣ ਵਾਲਾ ਬੰਦਾ ਗੋਲਾ ਵਾ, ਇਹ ਜਿਹੜਾ ਨਾ ਆਪਣੇ ਖਲੀਫਾ ਦੇ ਥੱਲੇ ਭੈਣਾ ਮਾਂ ਪਵਾਉਂਦਾ ਹੀ, ਇਹ ਐਡਾ ਕੋਈ ਭੈਣ ਚੋਰ ਬੰਦਾ, ਤੂੰ ਉਹਨੂੰ ਕੀ ਸਮਝਦਾ ਵੀ ਇਹ ਕੋਈ ਦੀ ਸ਼ਕਲ ਵੇ ਭੈਣ ਚੋਰ ਦੀ ਕੰਜਰ ਆ, ਸ਼ਕਲੋਂ ਕੰਜਰ ਲੱਗਦਾ, ਧੀ ਚੋਰ ਬਗੈਰਤ ਦਾ ਬੱਚਾ, ਬਗੈਰਤ ਗਾਂਡੂ, ਭੈਣ ਨੂੰ ਲੈ ਲੈਣਾ, ਹਰਾਮ ਦੀ ਔਲਾਦ, ਭੈਣ ਦੀ ਫੁੱਦੀ ਆ ਵਾ, ਪਤਾ ਨਹੀਂ ਕਿਹੜੀ ਧੀ ਚੋਂ ਦਾ ਕਿਹੜੀ ਕਿੱਥੋਂ ਵੀ ਪੋਇਆ ਤੂੰ, ਹਰਾਮ ਦਿਆ, ਤੇਰੀ ਮਾਂ ਗਸ਼ਤੀ ਸੀ, ਟੈਕਸੀ ਦਾ ਬੱਚਾ ਗਾਂਡਾ, ਹੁਸੈਨੀ ਭਾਈ ਇਹ ਕੋ ਭੈਣ ਨੂੰ ਲੈ ਲੈਣਾ, ਪਤਾ ਨਹੀਂ ਕਿੱਥੋਂ ਚੂੜਾ ਫੜ ਕੇ ਲੈ ਕੇ ਆਉਂਦਾ ਤੂੰ, ਭੈਣ ਚੋ ਸੂਰ ਗਾਂਡਾ, ਆ ਤੇਰੇ ਮੂੰਹ ਚ ਲੰਨ ਵੜਿਆ ਹੈ, ਭੈਣ ਦੀ ਫੁੱਦੀ ਆ ਵਾ, ਤੇਰੀ ਭੈਣ ਦੀ ਲੰਨ ਤੇਰੀ ਦੀ, ਤੇਰੀ ਧੀ ਦੀ ਲੰਨ ਮਾਰਾ ਨਿੱਕੀ ਦੀ, ਤੇਰੀ ਤਾਈ ਨੂੰ ਜਈਏ ਤੇਰੀ ਨੂੰ, ਭੈਣ ਦੀ ਫੁੱਦੀ ਜਾਵੇ ਆ ਗੋਲਿਆ, ਹਰਾਮ ਦੀ ਔਲਾਦ ਗਾਂਡੂ, ਕਿਸ ਤੋੜ ਮਾਂ ਦਾ ਬੱਚਾ, ਆਪਣੀ ਬੁੰਡ ਤੇ ਹੱਥ ਲਾ, ਕਿੰਨੇ ਕੋਲੋਂ ਬੁੰਡ, ਤੇਰੀ ਭੈਣ ਦੀ ਘੂਸੀ ਤੇ ਹੱਥ ਲਾਵਾਂਗਾ ਮੈਂ, ਇਹਦਾ ਗਸ਼ਤੀ ਮਾਂ ਦਾ ਬੱਚਾ ਬੁਲਾਉਂਦਾ ਹੀ ਨਹੀਂ ਪਿਆ ਤੂੰ, ਧੀ ਦੀ ਲੈ ਲੈਣਾ ਗਾਂਡਾ, ਭੈਣ ਦੀ ਫੁੱਦੀ ਆਵੇ ਬਾਹਰ ਦਰਵਾਜ਼ੇ ਤੇ ਖੜਾ ਹੋ ਕੇ ਪੈਸੇ ਫੜਨ ਵਾਲਾ, ਭੈਣ ਨੂੰ ਲੰਨ ਮਾਰਾ ਤੇਰੀ ਨੂੰ, ਰੰਡੀ ਮਾਂ ਦਾ ਬੱਚਾ, ਤੇਰੀਆਂ ਧੀਆਂ ਵੀ ਰੰਡੀਆਂ ਹੀ ਰੰਡੀਆਂ, ਉਹ ਪਤਾ ਉਹ ਕਾਟਾਂ ਜੀਆਂ ਪਾ ਕੇ ਫਿਰਦੀਆਂ, ਮੈਂ ਫਿਰ ਹਿਸਾਬ ਲਾਇਆ ਤੇਰਾ, ਤੇਰੀ ਸ਼ਕਲ ਵੇਖ ਭੈਣ ਚੋਂ ਦਾ ਗੋਲੇ, ਆਪਣੀ ਸ਼ਕਲ ਵੇਖ, ਸ਼ਕਲ ਵੇਖ ਆਪਣੀ ਸ਼ਕਲ, ਮੇਰਾ ਪਿਓ ਤੇਰੀ ਭੈਣ ਨੂੰ ਜਾਂਦਾ ਸੀ, ਹਾਂ ਅੱਤ ਤੇ ਲੱਗਦੀ ਤੇਰੀ ਸ਼ਕਲ ਵੇਖ, ਭੈਣ ਨੂੰ ਲੰਨ ਮਾਰਾ ਤੇਰੀ ਨੂੰ ਗਾਂਡਾ, ਭੈਣ ਦੀ ਫੁੱਦੀ ਜਾਵਾ, ਝੂਠ ਚਗਲ, ਭੈਣ ਦੀ ਸੰਦੀ ਜਾਵਾ, ਮੂੰਹ ਵਿੱਚ ਲੋੜਾ ਪਾਈਂਦਾ, ਚੂਪ ਆ ਕੇ ਮੇਰਾ ਲੋੜਾ, ਹੁਸੈਨੀ ਸਾਹਿਬ ਫੁੱਲ ਇੰਜੋਏ ਕਰ ਰਹੇ ਹੋ ਨਾ, ਹੁਸੈਨੀ ਸਾਹਿਬ ਫੁੱਲ ਇੰਜੋਏ ਕਰ ਰਹੇ ਆ, ਕਹਿੰਦੇ ਭੈਣ ਨੂੰ ਲੰਨ ਵੰਡ ਕੇ ਚੈੱਕ ਕਰ, ਤੇਰੀ ਮਾਂ ਨੂੰ ਮੈਂ ਚੋਦਿਆ, ਤੇਰੀ ਮਾਂ ਬੜੀ ਬੁੰਡ ਸੋਹਣੀ, ਤੇਰੀ ਧੀ ਦੀ ਲੰਨ ਵੰਡ ਕੇ ਹੁਸੈਨੀ ਨੂੰ ਚੈੱਕ ਕਰ, ਆ ਗਾਂਡੇ ਨੂੰ ਚੈੱਕ ਕਰ, ਭੈਣ ਦੀ ਫੁੱਦੀ ਜਾਵੇ ਨੂੰ, ਤੇਰੀ ਹੈ ਨਾ ਅਸੀਂ ਭੈਣ ਦੀ ਲੰਨ ਵੰਡਣਾ ਹੀ, ਐਸੀ ਤੇਰੀ ਭੈਣ ਨੂੰ ਲੰਨ ਵੰਡਣਾ ਕਿ ਲੱਕੜ ਦਾ ਲੰਨ ਵੰਡਣਾ ਹੀ। ਮਿਰਜ਼ੇ ਕਾਦੀਆਨੀ ਨੇ ਐਸੀ ਕੌਮ ਤਿਆਰ ਕੀਤੀ ਹੈ ਨਾ, ਗਾਲੀ ਬਾਜ਼, ਆਪੋ ਗਾਲਾਂ ਕੱਢ ਕੇ ਟੁਰ ਗਿਆ ਦੁਨੀਆ ਤੋਂ। ਨਹੀਂ ਮਿਰਜ਼ਾ ਸਾਹਿਬ ਦੀ ਤਾਂ ਲੈਦਾ ਗੱਲ, ਇਹ ਵੈਸੇ ਭੈਣ ਚੋਦ ਕਿਸੇ ਹੋਰ ਦਾ ਸਰ, ਪੈਸੇ ਫੜ ਕੇ ਤੇ ਉਹਨਾਂ ਦੀ ਸ਼ਰਾਬ ਪੀਆ ਕਰ, ਆਪਣੀ ਮਾਂ ਕੁੜੀਆਂ ਦੇ ਪੈਸੇ ਫੜ ਕੇ ਨਾ ਤੇ ਉਹਨਾਂ ਦੀ ਸ਼ਰਾਬ ਪੀਆ ਕਰ, ਦੀ ਫੁੱਦੀ ਹਵਾ ਗੋਲਾ, ਜਦੋਂ ਦਾ ਮੈਂ ਕਿਸ਼ਤੋੜ ਮਾਂ ਦਾ ਬੱਚਾ, ਬੱਚਿਆਂ ਉੱਤੇ ਸੇਲ ਤੇ ਲਾਈਆਂ ਦੁਬਈ ਤੇ ਸ਼ਰਾਬ ਖੁੱਲੀ। ਅਬਦੁੱਲਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਨਾ 3 ਅੰਗਰੇਜ਼ਾਂ ਕੋਲ ਇਕੱਠੀ ਇੱਕ ਧੀ ਭੇਜਦਾ ਹੀ ਆਪਣੀ, ਕਮੀ ਭੈਣ, ਇਹ 3 ਭੈਣਾਂ ਭੇਜਦਾ ਹੀ, ਸਮਝੇ ਕਿ ਨਹੀਂ, ਇਹਦਾ ਜਾ ਕੇ ਇਹਦੀ ਧੀ ਦੀ ਕਮਾਈ ਪੂਰੀ ਨਹੀਂ ਮੈਂ ਦੇ ਸਕਿਆ, ਤਦ ਮੈਂ ਕੰਮੀ ਆ, ਸਮਝੇ ਕਿ ਨਹੀਂ, ਆਂਦੀ ਧੀ ਦੇ ਨਾ ਪੈਸੇ ਨਹੀਂ ਪੂਰੇ ਦੇ ਸਕਿਆ, ਰਾਤ ਲੈਂਦਾ ਆਧਾਰ ਕਰ ਲਿਆ, ਉਹ ਇਹ ਫੁੱਦੀ ਵੀ ਆਧਾਰ ਤੇ ਦਿੰਦਾ ਹੀ, ਇਹ ਭੈਣਾ ਸਾਰੇ ਸਮਝਣਾ, ਇਹ ਫੁੱਦੀਆਂ ਜਿਹੜੀਆਂ ਨਾ ਕਿਸ਼ਤਾਂ ਤੇ ਦਿੰਦਾ ਹੀ, ਅੱਲਾ ਦੀ ਕਿਸਮ ਹੈ, ਪੁੱਤਰਾ ਚਲਾਣਾ ਹਰਾਮ ਦੀ ਔਲਾਦ, ਇਹ ਨਾ ਉਹ ਹੈਲੋ ਅਬਦੁੱਲਾ ਮੇਰੀ ਸੁਣ ਗੱਲ, ਇਹ ਭੇਜ ਦਿੰਦਾ ਤੇ ਮਹੀਨਾ ਲਾਇਆ ਇਹਨਾਂ ਕਿਸ਼ਤਾਂ ਤੇ, ਨਹੀਂ ਤੇਰੀ ਭੈਣ ਨੂੰ ਲੰਨ ਸੀ ਵਾੜਾਂਗੇ, ਅਸੀਂ ਵੀ ਨਹੀਂ ਜਾਣ ਵਾਲੇ, ਇਹ ਤਾਂ ਅਬਦੁੱਲਾ ਜਾਣਾ ਨਹੀਂ, ਇਹ ਸੈਣੀ ਸਾਹਿਬ ਅੱਜ ਰੋਡ ਬੰਦ ਕਰਨਗੇ ਤੇ ਜਾਵਾਂਗੇ, ਇਹਦੀ ਭੈਣ ਦਾ ਫੁੱਦਾ ਆਂਦੀ ਦਾ, ਤੇਰੀ ਭੈਣ ਦੀ ਘੂਸੀ ਤੇਰੀ ਦੀ, ਕਹਿੰਦੀ ਜਿਹੜੀ ਧੀਆਂ ਨਾ ਮੈਂ ਸੁਣਿਆ ਕੱਢ ਕੇ ਦਿੰਦੀਆਂ, ਜਿਵੇਂ ਬਿੱਲੀ ਕੱਢ ਕੇ ਨਹੀਂ ਦਿੰਦੀ, ਐਵੇਂ ਦਿੰਦੀਆਂ, ਅਬਦੁੱਲਾ ਕਿਤੇ ਨਹੀਂ ਬਿੱਲੀ ਨਹੀਂ ਕੱਢ ਕੇ ਦਿੰਦੀ ਹੈ, ਬਿੱਲੀ ਜਿਵੇਂ ਕੱਢ ਕੇ ਦਿੰਦੀ, ਹਾਂ ਉਹ ਬਾਬਾ ਜੀ ਭੈਣ ਧੀਆਂ ਦੀਆਂ ਐਵੇਂ ਜਿਵੇਂ ਕੁੱਤੀਆਂ ਨਹੀਂ ਹੁੰਦੀਆਂ, ਕੁੱਤੇ ਨੂੰ ਕਦੇ ਜਮਾਂਦੇ ਵੇਖਿਆ ਨਾ,
ਤੇਰੀ ਰਣ ਕੁੱਤੀ ਨੂੰ ਜਿਵਾਂਦੇ ਵੇਖਿਆ ਨਾ, ਉਹ ਇੱਕ ਵਾਰੀ ਸਹੀ ਸਗਨ ਪੁੱਦੀ ਦਾ ਸਹੀ ਸੈਟਅਪ ਨਹੀਂ ਨਾ ਪੈਂਦਾ, ਫਿਰ ਕੱਢ ਕੇ ਸਿੱਧੀ ਕਰਦੀ। ਇਹ ਉਹਦਾ ਪੁੱਤਰ ਹੀ, ਇਹ ਉਹਦਾ ਪੁੱਤਰ ਨਹੀਂ ਸੱਜੇ, ਉਹਦਾ ਪਿਓ ਹੀ। ਭੈਣ ਦੀ ਲੰਨ ਮਾਰਾ ਚਾ ਸਹੀ ਹੈ ਮਲਕ ਤਲਤਵਾਨ ਉਹ ਵੀ ਸ਼ਰਾਬ ਨਿੰਬੂ ਤੇਰੇ ਮੂੰਹ ਚ ਅਸੀਂ ਦਿੰਨੇ ਆ ਨੀਂਦ ਮੂੰਹ ਚ ਲੰਨ ਬਣੇ ਨਿੰਬੂ ਦੀ ਜਗ੍ਹਾ। ਭੈਣ ਦੀ ਬੁੱਧੀ ਜਵਾ ਗਾੜਾ ਇਹਦੀ ਸ਼ਕਲ ਵੀ ਭੈਣ ਦੀ ਲੰਨ, ਇਹਦੇ ਹੱਥ ਬੰਦਾ ਲੰਨ ਫੜਾ ਕੇ ਨਾ ਭੁੱਲ ਜਾਵੇ ਬਸ, ਧੀ ਨੂੰ ਜਾਣ ਵਾਲੇ ਲੱਗਾ ਖੇਲਦਾ ਰਹੇ। ਭੈਣ ਲਾਣਾ ਧੀ ਦੀ ਯਾਰਾ ਹੈ, ਭੈਣ ਦਾ ਲਾਣਾ ਘੋੜਿਆ ਤੇਰੀ ਤਾਂ ਇਹ ਬੁੰਡ ਦੀ ਮਨੀ ਨਹੀਂ ਸੁੱਕੀ ਭੈਣ ਦੀ ਜਵਾਬ ਤੇ ਹੈ ਕੋਈ ਨਹੀਂ ਕਿਸੇ ਗੱਲੇ ਦਾ। ਤੇਰੀ ਭੈਣ ਦੀ ਉਹਨੇ ਨਹੀਂ ਇਹਨੂੰ ਹੁਣ ਇੱਥੇ ਇੱਥੇ ਸੁਣ ਲੈਣੀ ਨਹੀਂ, ਇੱਥੇ ਹੁਣ ਆਪਾਂ ਨਹੀਂ ਅਬਦੁੱਲਾ ਭਾਈ ਇੱਥੇ ਆਪਾਂ ਮਰਜ਼ਈਅਤ ਨਹੀਂ ਲਿਆਣੀ, ਇੱਥੇ ਆਪਾਂ ਦੀ ਭੈਣ ਨੂੰ ਲੰਨ ਦੇਣਾ ਬਸ, ਗੱਲ ਖਤਮ। ਇੱਥੇ ਮਜ਼ਹਬ ਦੀ ਗੱਲ ਨਹੀਂ ਹੋ ਰਹੀ, ਇੱਥੇ ਦੀ ਭੈਣ ਦੀ ਲੰਨ ਦੇਣ ਦੀ ਗੱਲ ਹੋ ਰਹੀ ਹੈ, ਇਹਦੀ ਧੀ ਦੀ ਲੰਨ ਦੇਣ ਦੀ ਗੱਲ ਹੋ ਰਹੀ ਹੈ। ਉਹਨੇ ਨਹੀਂ ਮਿਰਜ਼ੇ ਦੀ ਗੱਲ ਛੱਡ ਦੇ ਤੂੰ, ਇਸ ਟਾਈਮ ਆਪਾਂ ਮਿਰਜ਼ੇ ਨੂੰ ਕੁਛ ਨਹੀਂ ਕਹਿਣਾ, ਆਪਾਂ ਇਹਦੀ ਭੈਣ ਨੂੰ ਕਹਿਣਾ। ਮੈਂ ਦੀ ਧੀ ਦੇ ਸਿਰੋਂ ਆ, ਮੈਂ ਦਾ ਪਤਾ ਕਰਾਨਾ, ਉਹ ਮੈਂ ਤੇਰਾ ਪਿਓ ਭੈਣ ਦੀ ਲੱਲ ਲੈਣਿਆ, ਤੂੰ ਮੈਨੂੰ ਪਿਓ ਕਿੰਨਾ ਕਿਸੇ ਟੈਕਸੀ ਦੇ ਬੱਚਿਆ ਤੇਰਾ। ਮੇਰਾ ਅੱਲਾ ਦੀ ਕਿਸਮ, ਮੇਰਾ ਆਤਾ ਪਤਾ ਕਰ ਲਵੇ, ਮੈਂ ਦੀ ਧੀ ਨੂੰ ਨਾਰਾਜ਼ ਹੀ ਰੱਖਾਂ ਤੇ ਗੱਲ ਕਰੀ ਬਸ, ਐਡਾ ਲੰਨ ਨਹੀਂ ਮੇਰਾ। ਬਲੈਕ ਲੇਬਲ ਇਹਨੂੰ ਦੇ, ਮੈਂ ਸੁਣ ਲੈ, ਬਲੈਕ ਲੇਬਲ ਰੋਜ਼ ਬਲੈਕ ਲੇਬਲ ਬੁਲਾਵਾਂਗਾ ਇਹਨੂੰ, ਬਲੈਕ ਲੇਬਲ ਰੋਜ਼ ਬੁਲਾਵਾਂਗਾ ਇਹਨੂੰ, ਲਾਂਦੀ ਤਸਵੀਰ ਖਿੱਚ ਕੇ ਸੈਂਡ ਕਰ ਦੇਣਾ, ਧੀ ਨੂੰ ਵਿਖਾ ਲਵੇ ਪੂਰਾ ਵੇ ਤੇ ਠੀਕ ਹੈ ਕਿ ਪੂਰੀ ਬਲੈਕ ਲੇਬਲ ਠੀਕ ਆ ਬਾਈ। ਮੈਂ ਲਾਂਦੀ ਤਸਵੀਰ ਵੀ ਖਿੱਚ ਕੇ ਸੈਂਡ ਕਰਦਾ, ਉਹਨੂੰ ਪੁੱਛ ਲਵੀਂ, ਮੈਂ ਕਿਹਾ ਉਹਨੂੰ ਪੁੱਛ ਲਵੀਂ, ਆਏ 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 ਤੇਰੀ ਭੈਣ ਨੂੰ ਜਨਾ ਆਏ 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 ਨਾ ਜੀ, ਮੈਂ ਤਾਂ ਗੱਲ ਕਰੀ ਤੇਰੀ ਭੈਣ ਦੀ ਲੰਨ ਮਾਰਿਆ ਗਾਂਡਿਆ ਬੌਂਡਿਆ। ਇਹ ਅੱਛਾ ਅਬਦੁੱਲਾ ਇਹ ਇਹਨਾਂ ਦੀ ਭੈਣ ਪਠਾਨ ਨਾ ਫਸੀ ਸੀ, ਪਠਾਨ ਨਾ ਇਹਨੇ ਵੀ ਉਹਨੂੰ ਪੁੰਡ ਦੇ ਦਿੱਤੀ ਤੇ ਭੈਣ ਦੀ ਨੇ ਵੀ ਦੇ ਦਿੱਤੀ, ਤੇ ਫਿਰ ਖੱਪ ਪਾਈ ਪਰ ਆਪਾਂ ਚਲਣੀਆਂ, ਨਹੀਂ ਤੇ ਇਹਨੂੰ ਤੇ ਮੈਂ ਦੇਣੀ ਸੀ। ਉਹ ਭੈਣਾ ਇਹਦੀਆਂ ਨੂੰ ਨਾ ਕਹੋ ਨਾ ਮਾਂ ਨੂੰ, ਇਹ ਇਕੱਲਾ ਹੀ ਇਹ ਘਰ ਚ ਮਰਦੂਦ ਇਕੱਲਾ ਹੀ ਹੈ। ਇਹਦੀ ਜ਼ਨਾਨੀ ਅਸਲ ਚ ਇਹਦੀ ਜ਼ਨਾਨੀ ਜਿਹੜੀ ਹੈ ਨਾ ਉਹ ਮਰਜ਼ੈਨ ਸੀ, ਤੇ ਉਹਨੇ ਫਸਾਇਆ, ਉਹਨੇ ਫਿਰ ਉਹਦੇ ਨਾਲ ਲਵ ਮੈਰਿਜ ਕੀਤੀ। ਹੁਣ ਇਹਨੇ ਆਪਣੀਆਂ ਕੁੜੀਆਂ ਜਿਹੜੀਆਂ ਨੇ ਉਹ ਮਰਜ਼ਾਈ ਮਰਬੀਆਂ ਨਾਲ ਵਿਆਹੀਆਂ ਨੇ, ਤੇ ਉਹ ਤੋਂ ਚੰਦਾ ਹੁੰਦਾ ਹੈ ਤੇ ਫਿਰ ਸ਼ਰਾਬ ਪੀਂਦਾ ਹੈ। ਸ਼ਰਾਬ ਪੀ ਕੇ ਸੁਬਹ ਦਾ ਟਾਈਮ ਹੈ, ਇਹਦੇ ਕੋਲੋਂ ਸੁਬਹ ਦਾ ਟਾਈਮ, ਇਹਨੇ ਨਮਾਜ਼ ਨਹੀਂ ਪੜ੍ਹੀ, ਠੀਕ ਹੈ, ਨਮਾਜ਼ ਨੇ ਕੀ ਪੜ੍ਹਨੀ ਹੈ ਕਾਫਰਾਂ ਨੇ, ਤੇ ਸ਼ਰਾਬ ਪੀ ਕੇ ਨਾ ਰਾਤੇ ਦੀ ਤੇ ਚੜ ਕੇ ਆ ਕੇ ਤੇ ਟਿਕਟਾਕ ਤੇ ਤੂੰ ਉਸੇ ਦੀ ਲੋਕਾਂ ਨੂੰ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਜਾਨੀ ਵਾਕਰ ਦੀ ਪੈਦਾਵਾਰ ਹੈ, ਤੇਰਾ ਅੱਬਾ ਜਾਨੀ ਵਾਕਰ ਹੈ, ਤੇ ਪੁੱਤਰਾ ਜਾਨੀ ਵਾਕਰ ਦੇ ਘਰ ਹੀ ਵਿਆਹੀ ਹੈ ਨਾ ਕੁੜੀ, ਤੇ ਤਾਂ ਹੀ ਤੇਰੇ ਵੱਲ ਫ੍ਰੀ ਆਉਂਦੀ ਹੈ, ਤੇ ਫਿਰ ਟੱਪ ਟੁੱਟ ਕੇ ਤੇ ਨਾਨਾ ਹੈ ਸ਼ਰਾਬ ਨਾਲ। ਤੁਹਾਡੀ ਮਾਂ ਤੇ ਅਬਦੁੱਲਾ ਮੈਨੂੰ ਦੱਸ ਦਾ ਐਡਰੈਸ, ਮੈਂ ਜੇ ਸਵੇਰ ਡਿਊਟੀ ਇਹਨਾਂ ਦੇ ਘਰ ਤੇ ਨਾ ਤਾਂ ਮੈਂ ਤਾਂ ਗੱਲ ਕਹੀ ਯਾਰ, ਉਹ ਕੁੱਤੀ ਮਾਂ ਦੇ ਗੱਡੀ ਲੈ ਕੇ ਸਵੇਰ ਟਾਈਮ ਤੇ ਤੇਰੀ ਮਾਂ ਨੂੰ ਦੇ ਦੇਣਾ, ਤੇਰੀ ਭੈਣ ਨੂੰ ਲੋੜਾ ਦਹੀਂ ਕੰਜਰੀ ਦੀ ਬੱਚਿਆ ਵੱਡਿਆ ਪੱਤੇ ਲੈਣ ਵਾਲਾ, ਤੇਰੀ ਮੈਂ ਭੈਣ ਨੂੰ 14 ਦੀ ਪੁੱਤਰਾ ਤੂੰ ਲੱਭ ਲਿਆ, ਤੇਰੀ ਭੈਣ ਨੂੰ ਲੋੜਾ ਭੈਣ ਨੂੰ ਲੈ ਲੈਣਿਆ, ਤੈਨੂੰ ਅਸੀਂ ਸਮਝਾਇਆ ਵੀ ਬੁਲਾਇਆ ਸਾਡੇ ਤੋਂ, ਤੂੰ ਨਹੀਂ ਬੁਲਾਉਂਦਾ ਪਿਆ। ਅਬਦੁੱਲਾ ਜਾਣਾ ਨਹੀਂ, ਔਲਾਦ ਤੇਰੀ ਮਾਂ ਜਾਣਾ ਨਹੀਂ, ਇਹਦੀ ਭੈਣ ਜਾ ਕੇ ਜਾਣਾ। ਦਿੱਲੀ ਦੀ ਬੱਚਿਆ ਸੈਣੀ ਸਾਹਿਬ ਫੋਨ ਇੰਜੋਏ ਕਰ ਰਹੇ, ਸੈਣੀ ਸਾਹਿਬ ਮਾਂ ਨੂੰ 14 ਕੁੱਤੀ ਦੀ ਪੁੱਤਰਾ, ਮੈਂ ਤੈਨੂੰ ਦੱਸਾਂ ਕੀ ਹੁੰਦਾ, ਤੂੰ ਲੰਨ ਮੂੰਹ ਚ ਪਾ ਲੈਣਾ ਸੀ, ਕੀ ਕਰ ਲੈਣਾ ਸੀ? ਬੱਚੇ ਹਾਂਜੀ ਹਾਂਜੀ ਇੱਕ ਮਿੰਟ, ਕੱਲਾ ਤੂੰ ਨਹੀਂ ਟੰਗਾ ਥਲੇ, ਅਬਦੁੱਲਾ ਇੱਕ ਮਿੰਟ ਹਰੀ, ਕੱਲਾ ਤੂੰ ਨਹੀਂ ਟੰਗਾ ਥਲੇ ਨਗਾਨਾ, ਆਪਣੀ ਮਾਂ ਕੱਲਾ ਤੂੰ ਨਹੀਂ ਟੰਗਾ ਥਲੇ ਨਗਾਦਾ, ਤੇਰੀਆਂ ਧੀਆਂ ਵੀ ਟੰਗਾ ਥਲੇ ਨਗਾਦੀਆਂ, ਟੰਗਾ ਚਕਾਉਂਦੀਆਂ ਵੀ ਆ ਮਨ। ਕਿਆ ਬਾਤ ਹੈ, ਕਿਆ ਬੜੀ ਭੈਣ, ਤੇਰੀ ਭੈਣ ਨੂੰ ਮੈਂ ਵੱਡੀ ਰਾਣਾ ਹੈ, ਭੈਣ ਤੇ ਤੇਰੀ ਭੈਣ ਤੇ ਤੇਰੀ ਭੈਣ ਤੇ ਤੇਰੀ ਮਾਂ ਤੇ ਤੇਰੀ ਭੈਣ ਤੇ ਤੇਰੀ ਧੀ ਤੇ ਤੇਰੀ ਨਿੱਕੀ ਤੇ ਤੇਰੀ ਵੱਡੀ ਤੇ ਤੇਰੀ ਭੈਣ ਦੀ ਪੁੱਤੀ ਤੇਰੀ ਦੀ ਗਾੜਿਆ ਸਾਡੇ ਤੇ ਇਤਬਾਰ ਆ ਜਾਂਦੀ, ਇਹਦੀ ਕੁੜੀਆਂ ਨੂੰ ਕੱਲੋ ਕੱਢੋ। भले रूठ जाए जहन्नुम में जाए वो मैदान माशर में ऐलान होगा, अली वाले आए वो जन्नत में जाए, कहेगी ये जन्नत के मुनकर अली के न इस संत
जिसकी सदक़े में दो आलम को बनाया तूने, मेरे महबूब जिसे कह के बुलाया तूने, वास्ता गुनहगार की बख्शिश कर दी, अपने इस बंदे नादिर पे नवाजिश कर दी, नूर इस्लाम का चेहरे पे मुनव्वर कर दे, रब्बी कौन मेरे दिल की दुआएं सुन ले, मैं हूँ बेचैन मेरे दिल की सदाएं सुन ले, रब्बी। हुसैनी साहब, ਬਿਸਮਿਲ੍ਲਾ। हुसैनी साहब, ਜੀ ਜੀ। ਮੈਨੂੰ ਹੀ ਲੱਗਦਾ ਕਦੇ ਕਦੇ ਹੁਸੈਨੀ ਸਾਹਿਬ ਲੱਗਦਾ ਕਿਆਮਤ ਆ ਚੁੱਕੀ ਹੈ ਤੇ ਅਸੀਂ ਇਹ ਦੋਜ਼ਖ 'ਚ ਰਹਿ ਰਹੇ ਹਾਂ। ਹਾਂਜੀ ਮੈਂ ਕਿਹਾ ਲੱਗਦਾ ਕਿਆਮਤ ਕਦੋਂ ਦੀ ਆ ਚੁੱਕੀ ਹੈ, ਹੋ ਸਕਦਾ ਅਸੀਂ ਦੋਜ਼ਖ 'ਚ ਰਹਿ ਰਹੇ ਹਾਂ। ਹਾਂ ਹਾਂ ਕਿਉਂ ਟੋਨੀ ਭਾਈ ਬੋਲਦੇ ਨਹੀਂ? ਉਹ ਬਸ ਅੱਜ ਕੱਲ ਹੁਸੈਨੀ ਭਾਈ ਮੋਟਰ ਚਲੇ ਪੰਪ ਪੰਪ ਪੰਪ। ਇਹ ਗੱਲ ਠੀਕ ਨਹੀਂ ਕਹੀ ਮੈਂ ਤੈਰ ਭਾਈ। ਜੀ ਹਾਂ ਹੁਸੈਨੀ ਮੈਂ ਲਾਲ ਕਿਹਾ ਹੋ ਸਕਦਾ ਹੈ, ਕੀ ਪਤਾ ਕਿਆਮਤ ਆ ਚੁੱਕੀ ਹੋਵੇ ਕਦੋਂ ਦੀ, ਤੇ ਜਿਹੜਾ ਅਸੀਂ ਰਹਿ ਰਹੇ ਹਾਂ ਦੋਜ਼ਖ 'ਚ ਰਹਿ ਰਹੇ ਹਾਂ। ਬੜੇ ਸਿਆਸੀ ਨੁਕਤੇ ਲੱਭਣ ਮਾਂ ਭੈਣ ਦੀਆਂ ਗਾਲਾਂ 'ਚ, ਪਰ ਅਜੇ ਕਿਆਮਤ ਨਹੀਂ ਆਈ। ਅੱਛਾ ਦੋਨੋਂ ਅਬਦੁੱਲਾ ਵੀ ਤੇ ਮਲਕ ਸਾਹਿਬ ਵੀ ਮੈਂ ਰਿਹਾਨ ਆ, ਇਹਨਾਂ ਨੂੰ ਮੈਂ ਕਦੇ ਗਾਲ ਦੋ ਨੂੰ ਕੱਢਣਾ ਨਹੀਂ ਵੇਖੀ, ਲੇਕਿਨ ਅੱਜ ਇਹ ਮਲਕ ਸਾਹਿਬ ਵੀ ਨਹੀਂ ਕੱਢਨੇ और ਅਬਦੁੱਲਾ ਵੀ ਨਹੀਂ ਕੱਢਣਾ ਗਾਲ, ਲੇਕਿਨ ਨਹੀਂ ਗਾਲ ਕੱਢ ਦੇਣਾ ਅੱਛਾ ਹੀ ਹੈ, ਅੰਦਰ ਨਹੀਂ ਰੱਖਣੀ ਚਾਹੀਦੀ ਅੰਦਰ। अस्सलाम वालेकुम। ਗਾਲ ਨੂੰ ਬਾਹਰ ਸਟੇਸ਼ਨ ਵੀ ਤੇ ਦੂਰ ਕਰਨੀ ਹੈ। ਬਾਹਰ ਕੱਢ ਮਸਲਾ ਹੈ मैनू की गाल आई कट देवा मैं ਜਾਨੀ ਵਾਕਰ ਦੀ ਬੋਤਲ मैं क्या मैनू की गाल आई कट देवा। ਫਿਰ ਗਾਲਾਂ ਜਿੱਥੇ ਨਿਕਲਦੀਆਂ ਜਗ੍ਹਾ ਬਣੀ ਹੈ ਉੱਥੇ ਜਾ ਕੇ ਸੱਟ ਦਿਓ ਉਹਨੂੰ। चलो रहने दो। ਜਿਹੜੀ ਵੀ ਮਤਲਬ ਇਹ ਹੈ ਕਿ ਅੰਦਰੋਂ ਕੱਢ ਕੇ ਬਾਹਰ ਛੱਡ ਦੇਣੀ ਚਾਹੀਦੀ, ਲੇਕਿਨ ਜਿਹੜੀ ਸੱਟਣ ਵਾਲੀ ਜਗ੍ਹਾ ਉੱਥੇ ਜਾ ਕੇ, ਇਹ ਨਹੀਂ ਵੀ ਜਿਲੇ ਇਹਨਾਂ ਕੋਲ ਜਵਾਬ ਨਾ ਹੋਏ, ਇਹਨੇ ਸ਼ਰਾਬ ਪੀਤੀ ਹੈ, ਇਹ ਟੱਟੀ ਚ ਹੋ ਗਿਆ, ਇਹ ਫਲਾਣਾ ਹੋ ਗਿਆ, ਇਹ ਨਾ ਕੋਲ ਇਲਮ ਹੈ। ਇਹ ਚਾਹੇ ਕੁਰਾਨ ਤੇ ਹੱਥ ਰੱਖੇ ਕਿ ਇਹਨੂੰ ਪਤਾ ਹੈ ਮੈਂ ਕੁਰਾਨ ਤੇ ਹੱਥ ਰੱਖਣਾ, ਮੈਂ ਨਹੀਂ ਪੀਂਦਾ। ਇਹਨਾਂ ਬੇਗੈਰਤ ਦੇ ਬੱਚਿਆਂ ਨੂੰ ਪਤਾ ਹੈ ਕਿ ਮੈਂ ਪੀਣਾ। ਅਗਰ ਮੈਂ ਪੀਣਾ ਤੇ ਤੁਹਾਡੇ ਪਿਓ ਕੰਜਰ ਦੇ ਪੈਸੇ ਦੀ ਪੀਣਾ। ਤੁਸੀਂ ਪਾਕਿਸਤਾਨ ਸ਼ਰਾਬ ਬਣਾਉਂਦਾ ਹੈ, ਲੋਕਾਂ ਨੂੰ ਦਿੰਦਾ ਹੈ, ਪਾਕਿਸਤਾਨ ਕੰਟਰੀ ਬਣਾਉਂਦਾ ਹੈ, ਆਪ ਤੁਸੀਂ ਤਾਂ ਲੋਕਾਂ ਉੱਥੇ ਨੂੰ ਆਏ ਦਿੰਦਾ ਨਹੀਂ ਹੋ, ਤੁਸੀਂ ਉੱਥੇ ਕਿੱਥੇ ਪਿੰਡ ਕਿਹੜੇ ਪਾਸੇ ਤੁਰ ਪਏ ਹੋ? ਐਵੇਂ ਜੇ ਹੁਸੈਨੀ ਭਾਈ ਖਾ ਮੁਝਲੇ ਜਵਾਬ ਨਾ ਸ਼ਰਾਬ ਪੀਤੀ ਹੈ, ਸ਼ਰਾਬ ਪੀਤੀ। ਮੈਂ ਕੁਰਾਨ ਦੇ ਇੱਕ ਇੱਕ ਸ਼ੋਸ਼ੇ ਦੀ ਕਸਮ ਖਾਣਾ ਕਿ ਮੈਂ ਨਹੀਂ ਪੀਂਦਾ। ਹੁਣ ਜਿਹੜਾ ਇਲਜ਼ਾਮ ਲਾਉਂਦਾ ਮੈਨੂੰ ਕੀ ਕਹਾਂ? ਜਿੱਲੇ ਗੱਲ ਕਰੋ, ਜਿੱਲੇ ਕਿੱਥੇ ਨਾ ਗੱਲ। ਸ਼ਰਾਬੀ ਕਹਿ ਸ਼ਰਾਬ ਪੀਂਦਾ, ਸ਼ਰਾਬੀ ਕਹਿ। ਇਜਾਜ਼ਤ ਦਿਓ, ਬਾਜੀ ਆਏ ਨੇ, ਇਹਨਾਂ ਨਾਲ ਗੱਲ ਕਰ ਲਈਏ। ਬਾਜੀ ਜ਼ੈਨਬ ਨੂਰ, अस्सलाम वालेकुम ਜੀ। ਬਾਜੀ अस्सलाम वालेकुम। ਬਾਜੀ ਜ਼ੈਨਬ ਨੂਰ, ਤੁਹਾਡੇ ਨਾਲ ਕਨੈਕਸ਼ਨ ਹੋਇਆ ਕਿ ਨਹੀਂ? कनेक्शन नहीं होया तो मतलब ठीक है, अच्छी बात है। चले ही गए ना खैर जी ना, नहीं मैं आख्या कनेक्शन नहीं होया तो फिर उन्होंने खाम खा लटके ना रहना, बड़ी अच्छी गल है। तो ये है कि असी कुरान ते हदीस दीयां गल्लां कर रहे, कुछ कुरान करीम दी आयात पढ़ रहे, कुछ हदीस मुबारक पढ़ रहे, ते माहौल ठीक ही है। कोई सख्त सुस्त लफज बोले गए तो फिर वो अगां पिछां हो गई गल, ते फिर असी वापस आ गए। कोई असी ते जेड़ा कोई सवाल शवाल करना। जी जी की गल हाँ जी। आरडी साहब अस्सलाम वालेकुम। आरडी साहब भी आए ने, इन्हां नाल भी गल कर लईए।
جی وعلیکم السلام سنی صاحب کی حال نے؟ یہ حالت بھی تک کسا نہیں جی ٹھیک ٹھاک الحمدللہ تسی اچھا سناؤ؟ کنٹریبیوٹ کرو نصیحت کرو کوئی اچھی گل دسو بس کم تھیاں سنان ڈیاں تو اچھا ٹھیک ہے بڑی اچھی بات ہے جی ناصر صاحب کی کہندے ہو میں کیا حسینی بھائی عارضی ذوف آ جاتا ہے نا انساناں جی دے وچ کیونکہ خلق گل انسان نہ ضعیف ہے جی اس طرح ہی ذوف آ جاتا ہے، پھر دور ہو جاتا ہے، پھر ٹھیک ہو جاتا ہے کام۔ ہاں جی بالکل اس طرح ہی ہے ਉਹਨੂੰ ਅਸੀਂ ਸਾਰੀਆਂ ਚੀਜ਼ਾਂ ਨੂੰ ਠੀਕ ਨਹੀਂ ਰੱਖ ਸਕਦੇ ਤੇ ਉਹ ਕੋਈ ਮੈਨੂੰ ਕਹਿ ਰਿਹਾ ਵੀ ਤੁਸੀਂ ਇਹਨਾਂ ਨੂੰ ਠੀਕ ਕਰ ਦਿਓ ਰੋਕ ਲਓ ਬੰਦ ਕਰ ਲਓ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਵੀ ਮੈਨੂੰ ਇਜਾਜ਼ਤ ਦਿਓ ਮੈਂ ਇੱਕ ਦੋ ਲਫ਼ਜ਼ ਕਵਾਂ ਤੇ ਉਹਨਾਂ ਫਿਰ ਮੈਨੂੰ ਇਜਾਜ਼ਤ ਹੀ ਨਹੀਂ ਦਿੱਤੀ ਤੇ ਇਜਾਜ਼ਤ ਹੀ ਨਾ ਦੇਣ ਤੇ ਮੈਂ ਲਫ਼ਜ਼ ਕੀ ਕਵਾਂ ਫਿਰ صحیح ہے۔ ਤੇ ਉਹ ਇਸ ਤਰ੍ਹਾਂ ਹੀ ਹੈ ਫਿਰ ਉਹ ਜਿਸ ਵਕਤ ਚੱਲ ਪੈਂਦੀਆਂ ਨੇ ਮਸ਼ੀਨਾਂ ਤੇ ਤੇਜ਼ ਹੋ ਜਾਂਦੀਆਂ ਨੇ ਗੱਡੀਆਂ ਰੇਸ ਲੱਗ ਨਾ ਜਾਂਦੀ ਸਨੀ ਭਾਈ ਆਟੋਬਾਨ ਨਾ ਦੀ ਅਗਰ ਇਹਨਾਂ 'ਚ ਗੈਰਤ ਹੋਈ ਤੇ ਇਸ ਤੋਂ ਬਾਅਦ ਅਗਰ ਇਹਨਾਂ ਦੇ ਸਾਹਮਣੇ ਵੀ ਕੋਈ ਸ਼ਰਾਬ ਪੀ ਰਿਹਾ ਹੋਏਗਾ ਤੈਨੂੰ ਨਹੀਂ ਕਹਿਣਗੇ ਤੂੰ ਸ਼ਰਾਬੀ ਅਗਰ ਇਹਨਾਂ 'ਚ ਕੋਈ ਥੋੜੀ ਜੀ ਗੈਰਤ ਹੈ ਉਹ ਤੇ ਇਹਨਾਂ ਤੇ ਜਿਹੜੇ ਉਹਨਾਂ ਨਹੀਂ ਚ ਦੇ ਪੀਂਦਾ ਰੱਖੇ ਆ ਮਲਕ ਸਾਹਿਬ ਉਹ ਨਹੀਂ ਸਨੀ ਭਾਈ ਇੱਕ ਦਿਨ ਦਾ ਨਹੀਂ ਨਾ ਡੇਲੀ ਦੇ ਨਾ ਵਤੀਰਾ ਜਿਲੇ ਗੱਲ ਕੋ ਸ਼ਰਾਬ ਪੀ ਕੇ ਆਏ ਸ਼ਰਾਬ ਪੀ ਕੇ ਆਏ ਕੁੱਤੇ ਦੇ ਪੁੱਤਰੋ ਤੁਸੀਂ ਇਨਸਾਨ ਦੇ ਬੱਚੇ ਹੋ ਹੈਵਾਨ ਦੇ ਬੱਚੇ ਹੋ حسینی صاحب میرے انہوں نام آپ پہ پہ تم ڈک لو تجربہ کی ہاں جی تک لو چلو تیری ایسی انہیں خود آکھیا کہ میں پینا ہے اور ایک خبیث براٹ دیا تے جا کے بچہ آندا میں تیری پینا ماں ہے تے سود ایک چڑے تے جا کے آندا کتی میں ماں قسم دیا چکنا میں بچہ نہیں جلے پیندا تسی تے الزام جس طرح لاندے تے مرزے پھر میں دیاں گلاں کہنا تضاد کہ سی میں ایدیاں اپنے اپنیاں پیو گلاں دے تضاد پینا دے ساڈا تیرے کی پیو قصور ہے کنجر دے پیسے دی پینا کتی دیا اسی آکھیا پترا تو ساڈے دی حرام دی پینا ہے اولاداں تو اپنی بچیاں تے لائیاں نے سیل تیری تے لائیاں بہن نے نو میں انہاں تے تیری پیسے تھی نو کما میں کے تے تو جانا پینا ہے رنڈی دیا بچہ تیری ماں نو میں کس مارنا نہیں کسی تو کے نا نہیں میں تیری جھوٹ ماں بول دی رہا تے گنڈ میری گل جڑی نو ہے نا رد کر گوری گوری تو اپنیاں تیری تیاں ماں اوتھے نے منو سری میں صاحب سر تے کی نہیں ہو رات رہا مرنا لائیاں ہے پی کے تیری ماں مطلب نہ کوئی کہندی ہے کہ مطلب پوری بوتل پی کے حسین آنکھیں میں طاہر صاحب اے چپ کتی کراؤ نا دیا پترا سمجھاؤ حرام دی اولاد کتی ماں دیا بچہ بڑا تھوڑی جی دیر ہی کڈی ہے وہ بابے نے لیا نا صافا تے 2 سال بن چھڑیا تے او پھر لا کے دیتا تی نو نوے پتر اینو دھو دے وہ دھو کے جسلے سک گیا تے انہیں چھڈ کے بنن دی کوشش کیتی تے لیرو لیر ہو گیا تے کہن لگا بڑا کوئی پیڑا کپڑا ہے بھئی ایک دھو بھی نہیں اس کڈیا تے وہ دھو تھوڑا جہا لمبا ہو گیا ہے تے اتھے تے اسی مجلس میں تھوڑی جی دیر ہی لائی ہے تو انہیں بھی توڑ نہیں کڈی تے پھر اسی اتھے ہی آ گئے ہیں واپس تے اللہ خیر کرے تے سمجھ نہیں آتی تے جائے کہڑے پاسے تے چلو پھر اور کو تھوڑا جہا کلام لانے ہاں ول جیا نبیاں دا نبی تو امام سونیا سارے نبیاں دا نبی تو امام سونیا لکھاں تیرے تے درود تے سلام سونیا لکھاں تیرے تے درود تے سلام سونیا اے تیرے ورگا حبیب دس کیڑا اے تیرے ورگا حبیب دس کیڑا اے ایڈا رب دے قریب دس کیڑا اے ایڈا رب دے قریب دس کیڑا اے تینوں اے ہو جیا ملیا مقام سونیا تینوں اے ہو جیا ملیا مقام سونیا لکھاں تیرے تے درود تے سلام سونیا لکھاں تیرے تے درود تے سلام سونیا اور تینوں عرشاں تے رب نے بلایا اے تینوں عرشاں تے رب نے بلایا اے شان تیرے جیا اور کنے پایا اے شان تیرے جیا اور کنے پایا اے بوڑھی
ਰੱਬ ਨਾਲ ਤੇਰੀ ਏ ਕਲਾਮ ਸੋਹਣਿਆ ਗੂੜੀ ਰੱਬ ਨਾਲ ਤੇਰੀ ਏ ਕਲਾਮ ਸੋਹਣਿਆ ਲੱਖਾਂ ਤੇਰੇ ਤੇ ਦੁਰੂਦ ਤੇ ਸਲਾਮ ਸੋਹਣਿਆ ਲੱਖਾਂ ਤੇਰੇ ਤੇ ਦੁਰੂਦ ਤੇ ਸਲਾਮ ਸੋਹਣਿਆ ਔਰ ਆਏ ਦਰ ਤੇ ਸਵਾਲੀ ਨੂੰ ਨਹੀਂ ਮੋੜਦੇ ਆਏ ਦਰ ਤੇ ਸਵਾਲੀ ਨੂੰ ਨਹੀਂ ਮੋੜਦੇ ਦਿਲ ਕਿਸੇ ਵੀ ਗਰੀਬ ਦਾ ਨਹੀਂ ਤੋੜਦੇ ਦਿਲ ਕਿਸੇ ਵੀ ਗਰੀਬ ਦਾ ਨਹੀਂ ਤੋੜਦੇ ਕਰਾਂ ਜ਼ਿਕਰ ਤੇਰਾ ਫਜਰੀ ਤੇ ਸ਼ਾਮ ਸੋਹਣਿਆ ਕਰਾਂ ਜ਼ਿਕਰ ਤੇਰਾ ਫਜਰੀ ਤੇ ਸ਼ਾਮ ਸੋਹਣਿਆ ਲੱਖਾਂ ਤੇਰੇ ਤੇ ਦੁਰੂਦ ਤੇ ਸਲਾਮ ਸੋਹਣਿਆ ਸਾਰੇ ਨਬੀਆਂ ਦਾ ਨਬੀ ਸਾਰੇ ਨਬੀਆਂ ਦਾ ਨਬੀ ਤੂੰ ਇਮਾਮ ਸੋਹਣਿਆ ਲੱਖਾਂ ਤੇਰੇ ਤੇ ਦੁਰੂਦ ਤੇ ਸਲਾਮ ਸੋਹਣਿਆ ਲੱਖਾਂ ਤੇਰੇ ਤੇ ਦੁਰੂਦ ਤੇ ਸਲਾਮ जी बिस्मिल्लाह। माशाल्लाह हुसैनी साहब मजा आ गया। कोशिश तो की है कि कोई चंगा कलाम हुसैनी भाई मैं सिर्फ स्टोरी करने वास्ते आया वां मैं दोबारा मतलब करना माजरत चाहना नहीं इसी चाहता नहीं सी बंदे हो तुसी बड़ा ऐसा चाहते नहीं सी हाँ नहीं सो माजरत ऐसा चाहते नहीं सी जैसा हो गया बस जज़ाकल्लाह मैं सिर्फ एक्सक्यूज करना है मेहरबानी तुसी बहुत अच्छे तरीके नाल कोशिश कीती है बड़ी देर तक कि किसी तरीके नाल सुलझ मैंने पता है तुहानू मैं देखिया है तुसी बहुत हाँ जी सबर वाले बंदे हो अल्लाह ताला माफ करे सानू गन तो बाहर कढे ते गालां बाहर कढ देणियां राणा भाई ਫਿਰ ਉੱਥੇ ਜਾ ਕੇ ਅਬਦੁੱਲਾ ਬਾਰ-ਬਾਰ ਟੀਜ਼ ਕਰ ਰਿਹਾ ਸੀ ਤੁਹਾਡੇ ਸਾਹਮਣੇ ਹੀ ਤੇ ਬਜ਼ੁਰਗਾਂ ਨੂੰ ਤੁਹਾਨੂੰ ਪਤਾ ਹੀ ਹੈ ਕੀ ਹੋ ਗਿਆ ਤੁਸੀਂ ਚੰਗਾ ਭਲਾ ਡੀਲ ਕਰ ਰਹੇ ਸੀ ਤੇ ਤੁਸੀਂ ਫਿਰ ਸ਼ੁਰੂ ਮੇਰੇ ਖਿਆਲ ਹੈ ਚਲੋ ਕੋਈ ਨਹੀਂ ਮੈਂ ਚੁੱਪ ਕਰਕੇ ਬੈਠਿਆ ਸੀ ਹੁਸੈਨੀ ਸਾਹਿਬ ਉਹ ਪਹਿਲੇ ਵੀ ਲੱਗੇ ਰਹੇ ਨੇ ਅਬਦੁੱਲਾ ਭਾਈ ਤੁਸੀਂ ਰਾਣਾ ਭਾਈ ਕਿੰਨੀ ਵਾਰੀ ਅਬਦੁੱਲਾ ਤੂੰ ਚੁੱਪ ਕਰ ਚੁੱਪ ਹੀ ਨਹੀਂ ਕਰਦਾ ਬੋਲੀ ਯਾਰ ਅਬਦੁੱਲਾ ਭਾਈ ਇੱਕ ਮਿੰਟ ਖਾਮੋਸ਼ ਸ਼ਰਾਬੀ ਕਹਿ ਰਿਹਾ ਨਹੀਂ ਤੁਹਾਨੂੰ ਮੈਂ ਸ਼ਰਾਬੀ ਕਹਾਂ ਇੰਜ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਤੁਹਾਨੂੰ ਸ਼ਰਾਬੀ ਕਹਾਂ ਚੰਗੀ ਗੱਲ ਹੈ ਗਲਤ ਗੱਲ ਹੈ ਨਾ ਤੇ ਉਤੋਂ ਬੰਦਾ ਹੋਏ ਤੁਹਾਡੇ ਨਾਲੋਂ ਕੋਈ 30-40 ਸਾਲ ਵੱਡਾ ਹੋਏ ਤੇ ਕੋਈ ਯਾਰ ਬੰਦਾ ਇੱਜ਼ਤ ਕਰਦਾ ਹੈ ਭੋਲਾ ਸਾਹਿਬ ਤੁਹਾਡੀ ਕਮਿਊਨਿਟੀ ਚ ਵੀ ਬੇਇਨਸਾਫੀ ਕੁੱਟ ਕੇ ਪਰਚੇ ਕਰਦੇ ਇਨਸਾਫ ਵਾਲੀ ਗੱਲ ਕਰ ਲਿਆ ਕਰੋ ਮੈਂ ਪਹਿਲੇ ਵੀ ਪਹਿਲ ਨਹੀਂ ਕੀਤੀ मैं कसम चुकना मैं पहल नहीं की थी अब्दुल्ला भाई बोला भाई एक मिनट नहीं जिस वेले मैं पहल की थी नहीं तो फिर तुसी क्यों अब्दुल्ला भाई मैं गल कीती अब्दुल्ला भाई एक्सक्यूज कर लिया बस यार मैं अब्दुल्ला भाई रिक्वेस्ट बस छोड़ दो एक्सक्यूज बस अब्दुल्ला भाई एक्सक्यूज बस ऐ सब तो अच्छी गल गल किसी पासे मुकानी भी चाहिए है हां जी बस छोड़ो कुछ नहीं जो हो गया सो हो गया बस माजरत मैं सैनी भाई ਤੁਹਾਡੀ ਬਰੋਡ ਤੇ ਆ ਕੇ ਐਵੇਂ ਦੀ ਗੰਦੀ ਹਰਕਤ ਕੀਤੀ ਮੈਂ ਮਾਜ਼ਰਤ ਚਾਹਨਾ ਜਜ਼ਾਕੱਲਾ ਕੋਈ ਨਹੀਂ ਮੇਰੀ ਸ਼ਾਨ 'ਚ ਫਰਕ ਨਹੀਂ ਹੁੰਦਾ ਬਹਰਹਾਲ ਉਹ ਮੈਂ ਜ਼ਿਆਦਾਤਰ ਗੁੱਸੇ ਇਸ ਵਾਸਤੇ ਹੋਇਆ ਵੀ ਜ਼ੋਰ ਨਾਲੋਂ ਜ਼ਿਆਦਾ ਗੰਦੀ ਗੱਲ ਹੀ ਕੱਢਣਾ ਪਿਆ ਸੀ ਤੇ ਫਿਰ ਮੈਂ ਕਿਹਾ ਵੀ ਜ਼ਾਹਰ ਨਹੀਂ ਤੁਹਾਡੀ ਸ਼ਾਨ 'ਚ ਫਰਕ ਜ਼ਰੂਰ ਪਿਆ ਰਾਣਾ ਭਾਈ ਤੁਹਾਡੀ ਸ਼ਾਨ 'ਚ ਇਹ ਫਰਕ ਪਿਆ ਕਿ ਤੁਹਾਡੇ ਲਈ ਅਸੀਂ ਤੁਹਾਡੇ ਲਈ ਇੱਜ਼ਤ ਜ਼ਿਆਦਾ ਹੋ ਗਈ ਹੈ ਕਿਉਂਕਿ ਤੁਸੀਂ ਇੱਥੇ ਆ ਕੇ ਮਾਜ਼ਰਤ ਕੀਤੀ ਹੈ ਤੇ ਸਾਡਾ ਵੀ ਬਣਦਾ ਕਿ ਮਾਜ਼ਰਤ ਕਰੀਏ ਠੀਕ ਹੈ ਨਾ ਤੇ ਸ਼ਾਨ 'ਚ ਫਰਕ ਪੈਂਦਾ ਹੈ ਇੰਜ ਹੀ ਪੈਂਦਾ ਤੇ ਅਬਦੁੱਲਾ ਭਾਈ ਨੂੰ ਵੀ ਥੋੜਾ ਸਮਝਾ ਦਿਓ ਕਿ ਇਹ ਤਰੀਕੇ ਹੁੰਦੇ ਨੇ ਇਹ ਅੱਜ ਦੀ ਗੱਲ ਨਹੀਂ ਹੈ ਰਾਣਾ ਅਸਲ 'ਚ ਅਬਦੁੱਲਾ ਦੀ ਗੱਲ ਹੈ ਮਿਸਟੇਕ ਹੋ ਜਾਂਦੇ ਹਾਂ ਤੁਸੀਂ ਆਂਦੇ ਹੋ ਜਾਂਦੀਆਂ ਮਗਰ ਫੇਰ ਵੀ ਦਿਲ ਵੱਡਾ ਹੋਣਾ ਚਾਹੀਦਾ ਬੰਦੇ ਦਾ ਕੋਈ ਵੱਡੀ ਗੱਲ ਨਹੀਂ ਹੁਸੈਨੀ ਸਾਹਿਬ ਦੇ ਡੇਰੇ ਤੇ ਆਂਦੇ ਰਿਹਾ ਕਰੋ ਤੇ ਵੇਖਦੇ ਰਿਹਾ ਕਰੋ ਤੁਹਾਨੂੰ ਆਇਆ ਮਜ਼ਾ ਜਜ਼ਾਕੱਲਾ ਮਿਹਰਬਾਨੀ ਹੁਸੈਨੀ ਸਾਹਿਬ ਦੇ ਡੇਰੇ ਤੇ नहीं सैनी साहब बजाते खुद अल्लाह पाक तंदुरुस्त है बहुत अच्छे आदमी है गुफ्तगू भी अच्छी है इन्हों की और जज़ाकल्लाह मेहरबानी ठीक है अब्दुल्ला भाई तुम हमको इस तरह की ना गल करो बस ठीक है अगर रोड पर बैठना हाँ अगर रोड पर बैठना तो अच्छी गुफ्तगू हो तो ठीक है वरना मेरा ख्याल लेफ्ट कर जो बेहतर जज़ाकल्लाह मेहरबानी ठीक है फिर अस्सलाम वालेकुम जज़ाकल्लाह मेहरबानी ठीक है फिर अस्सलाम वालेकुम उनमें से किसी का भी हज कबूल नहीं हुआ एक शख्स जो हज पे नहीं गया उसका हज कबूल हो गया That's the point. तो मकसद कहने का ये है कि ये जो आजकल जो आप मुस्लिम उम्मा देख रहे हैं ये सिर्फ नाम की है इसमें कोई वो नहीं है क्या कहते हैं
جو ریپرزنٹیشن نہیں ہے خدا تعالیٰ کی ریالٹی نہیں ہے، ریالٹی نہیں ہے کہ کوئی سیٹسفائڈ ہو جائے. بالکل سر ٹھیک بات سمجھ رہے ہیں. تو مذہب جو ہے نا اللہ تعالیٰ نے جو بنایا ہے وہ انسان کی فطرت پہ بنایا ہے، نہ یہ کہ مذہب کے اوپر انسان کو بنایا ہے. یہ اللہ تعالیٰ کا رحم ہے کہ انسان کی جو فطرت ہے نا وہی مذہب ہے. میری بات سمجھ رہے ہیں؟ کہنے کا مقصد یہ ہے کہ جو ایک قرآن کے اندر سورت ہے اس میں کہتا ہے اللہ کہ میں ایسے لوگوں کی نمازیں ان کے منہ پہ مارتا ہوں جو یتیموں کا خیال نہیں رکھتے، جو چھوٹی چھوٹی چیزیں جو دوسروں کو نہیں دیتے، جو ریاکاری کرتے ہیں. تو مقصد کہنے کا یہ تعلیم کلیئر ہے، لیکن کیا ہے کہ جو لارجر جو مسلم امہ ہے وہ بھٹکی ہوئی ہے. اب اگر ان کو کوئی بھی دیکھے گا جو ان کی، آپ یہ دیکھیں گے پاکستان کے اندر بھی دیکھیں گے اور دوسری مسلم کنٹریز کے اندر بھی دیکھیں گے کہ جو ینگ جنریشن ہے اس میں ایک دہریت کی ٹینڈنسی ہے اور بے شمار دہریے بھی ہو گئے. کیا وجہ؟ بات یہ ہے کہ جو انہوں نے اپنے بڑوں سے آس پاس دیکھ رہے تھے اور اس چیز کو، اور جو دنیا کے جو ماحول ہے اس میں دہریت بہت زیادہ مطلب پنپ رہی ہے، تو اس کے اندر تو اس میں جو ہے وہ انہوں نے دیکھا یہ تو جو حرکتیں کر رہے ہیں یہ تو منافق ہے. جو یہ بات کہتے ہیں، جو بات یہ کہتے ہیں وہ کرتے نہیں ہیں. پاس ہے. تو کہنے کا مقصد یہی جو جماعت احمدیہ کا جو بنیادی جو مقصد ہے نا وہ اسلام کو واپس سے وہ کرنا، اس کی اصل کیا کہتے ہیں اسے شکل میں واپس سے ریسٹور کرنا. ٹھیک ہے نا؟ تو یہ پروسیس جو ہے شروع ہوا اور اس کے اندر جو ہے یہ سلسلہ جو ہے ہندوستان سے شروع ہوا آہستہ آہستہ جو پاکستان. مقصد کہنے کا یہ آپ یہ دیکھیں کہ جو ان لوگوں نے جو کام بھی کیا نا اس سے اس کا الٹا نتیجہ نکلا. جتنا انہوں نے ہمیں دبانے کی کوشش کی اتنا ہم پوری دنیا میں پھیل گئے اور اتنی بڑی تعداد میں پھیل گئے کہ آپ یہ اندازہ لگائیں کہ جماعت احمدیہ کے جو کرنٹ خلیفہ ہیں، ٹھیک ہے نا، انہوں نے یورپین پارلیمنٹ سے بھی خطاب کیا ہوا ہے، برٹش پارلیمنٹ سے بھی خطاب کیا ہوا ہے، کینیڈین پارلیمنٹ سے بھی خطاب کیا ہوا ہے، اور امریکہ کے سینٹ گاربن کانگریس میں تو نہیں گئے لیکن وہاں پہ ایک بلڈنگ میں وہاں پہ جو بھی کانگریس مین تھے، کانگریس وومن تھے، ان سے بھی خطاب کیا ہوا ہے. تو یہ اسٹیچو آپ پوری مسلم امہ سے کسی لیڈر کا نہیں نکال سکتے، کسی بندے کا نہیں نکال سکتے، انڈیویجولی طور پہ کلیکٹیو طور پر نہیں نکال سکتے. تو یہ تھوڑے سے عرصے کے اندر 135 ایئرس میں جماعت احمدیہ کا وہ اسٹیچو بن گیا ہے کہ اگر دنیا کے اندر جب لوگ مذہبی رہنماؤں کو دیکھتے ہیں نا تو دوسرے نمبر پہ سمجھے کہ کیونکہ پوپ ہے اس کے ساتھ جو اربوں لوگ ہیں جو ٹھیک ہے نا، تو اس کے مد مقابل جو ہے نا جو ہمارے کرنل خلیفہ ہے مرزا مسعود ان کو وہ دی جاتی ہے، کیا کہتے ہیں اسے، ایک رسپیکٹ دی جاتی ہے. یہ خدا نے دی ہوئی. تو بڑے بڑے سیاستدان آ کے ملتے، تو یہ وہ چھوٹی چھوٹی چیزیں ہیں، لیکن ایکچولی آپ کو یہ سمجھنے کی ضرورت ہے کہ یہ کیا وجہ کیا ہے. یہ جو کہنے کا مقصد یہ ہے کہ اگر آپ پتہ نہیں جانتے ہو کہ جو مین جو فرقے ہیں 4 فرقے ہیں نا، ایک شیعہ، ایک بریلوی ہے، ایک دیوبندی ہے، ایک وہابی ہے. یہی ہماری زیادہ تر میجورٹی ہے نا. تو یہ جو سنی ہے یہ کون سا ہے سر؟ میں بولا سنی، وہ سارے کے سارے سنی بولتے ہیں اپنے آپ کو. اچھا میں آپ کو بتا دوں، یہ جو شیعہ ہے یہ حضرت ابوبکر صدیق کو گالیاں نکالتے ہیں، حضرت عائشہ کو گالیاں نکالتے ہیں، حضرت عمر فاروق کو گالیاں نکالتے ہیں. صحیح ننگی تصویریں آپ جا کے دیکھ لیں شیعوں کی کسی برانڈ پہ جا کے ٹک ٹاک پہ لگائی ہوئی ہوتی ہیں کہ یہ عائشہ ہے. صحیح نا؟ آپ نے دیکھا ہوگا، اگر آپ نے نہیں دیکھا، میں نے اس دن لگایا تھا ایک بے وقوف آدمی نے، اور یہ نہیں کرنا چاہیے. اچھا یہ تو شیعہ ہو گیا نا. اچھا دوسری طرف آپ کے بریلوی ہیں جو 40 کروڑ کے قریب ہے. اچھا ٹھیک ہے نا. یہ ہندوستان میں بھی ہے، پاکستان میں بھی، غالباً بنگلہ دیش میں بھی ہوں گے، اچھی تعداد میں موجود ہیں. مطلب میجورٹی جو ہمارا جو سب کانٹیننٹ ہے نا یہاں بریلوی مکتبہ فکر کے لوگ ہیں. اچھا یہ لوگ جو ہیں یہ بالکل ہی مشرک لوگ ہیں. یہ قبر پرستی کرتے ہیں، قبروں سے مانگتے ہیں، چادریں چڑھاتے ہیں، تالے لگاتے ہیں. آپ نے اگر کبھی دیکھا ہو، مجھے نہیں معلوم آپ نے دیکھا نہیں. ہاں یہ درباروں پہ جاتے ہیں سر. ہاں جی ٹھیک ہے نا. تو دوسری طرف جو ہے آپ کے دیوبندی ہے، غالباً آپ کا تعلق بھی خاندانی طور پہ دیوبندی سے ہوگا. سر میں تو پتہ نہیں اتنا، لیکن یہ وہی بس محمد اور یہ اللہ کو مانتے، اور یہی میں تو 22 سال میں تھا تو باہر گیا تھا. ہاں میں یہ بول رہا ہوں جو دیوبندی ہیں، تو مقصد کہنے کا یہ ان لوگوں کا یہ ہے کہ ان میں بھی کچھ شرک کی آتے ہیں تھوڑی بہت، لیکن سب سے بڑی بات ہے کہ ان کے اندر جو سب سے بڑا جو مسئلہ ہے جو شدت پسندی کا ہے. یہ سوسائڈ بمنگ، طاقت کا استعمال، معصوم بندوں کو مار دو. تو یہ اس کا تعلق اسلام سے نہیں ہے. اسلام کا ان چیزوں سے تعلق نہیں ہے. اسلام وہ مذہب ہے جس نے 1400-1500 سال پہلے جو ہے نا
जनीवा कन्वेंशन थी। जनीवा कन्वेंशन आपको पता है क्या है? सुना है सर, मैंने सुना, बिल्कुल। हाँ, जनीवा कन्वेंशन जो है, इन्होंने एक दूसरे के जो बंदे मारे हैं, फर्स्ट वर्ल्ड वॉर में, सेकंड वर्ल्ड वॉर में सिविलियन मारे, उसके बाद इन्होंने एक कानून बनाया, गो कि इसको ये फॉलो नहीं करते, इसराइल में फॉलो नहीं कर रहे, कि किसी भी निहत्थे बंदे को आप नहीं मार सकते, किसी ऐसे बंदे को नहीं मार सकते, औरत, बच्चा, बूढ़ा, या वो बंदा जो कि लड़ाई नहीं कर रहा है, जो सिविलियन है, उसको आप नहीं मार सकते, उसकी ऐसे पानी को नुकसान नहीं पहुंचा सकते, उसकी बिजली को नुकसान। तो ये इसमें बहुत सारी चीजें ना, तो ये हज़रत मोहम्मद सल्लल्लाहु अलैहि वसल्लम ने 1400 साल पहले कर दिया था, 1500 साल पहले उन्होंने जो कॉन्स्टिट्यूशन दिया था, जो कानून दिया था, कि ये कि आप जंग के अंदर किसी बूढ़े, औरत, बच्चे को नहीं हाथ लगा सकते, जो बंदा आपसे नहीं लड़ा उसको नहीं मार सकते, किसी खेती को तबाह नहीं कर सकते, बहुत सारी चीज़ें। अगर आप इसको स्टडी करेंगे तो आपको समझ में आएगा कि ये लोग जो हैं, ये आज के ज़माने में ये बात दावा करते हैं, जो हमारे मगरबी सिविलाइजेशन है, वेस्टर्न सिविलाइजेशन, जो ऑस्ट्रेलिया भी अपने आप को वेस्ट का हिस्सा समझता है, वो ये कहते हैं कि हमने अपनी अकल से इस जगह पे पहुंच गए। तो मकसद कहने का ये इनकी गलत फहमी है कि इस्लाम ने इस जगह 1500 साल पहले पहुंचा दिया था, ये अभी नहीं पहुंचे, ये अभी जो बात कहते हैं वो उसको फॉलो नहीं करते, रिकग्नाइज करने के बावजूद भी ना उन वैल्यूज़ को। तो ये वो सारी चीज़ें हैं। और हकीकतन जो असल मकसद जो है, जो इमाम मेहदी के आने का है, वो ये है कि इस्लाम को वापस से जो है ज़िंदा किया जाए। अब जो हमारे जो बानी हैं, जिनको हम लोग जो है इमाम मेहदी की हैसियत से मानते हैं, सेना, तो उन्होंने जब दावा नहीं किया, जब उनको पता भी नहीं था कि उनका कोई दावा है, तो उन्होंने उस ज़माने के अंदर ये कहा कि ये तुम कैसे बात कर सकते हो कि खुदा बात नहीं करता, खुदा मेरे से कलाम करता है, मेरे से बात करता है, ठीक है ना। फिर उन्होंने अपनी पहली किताब लिखी थी, उसका नाम लिखा था बराइन अहमदिया के नाम से। गो इस वक्त इनका कोई दावा नहीं था। बराइन अहमदिया किताब उन्होंने उस ज़माने में लिखी थी, जिस ज़माने में जवानी के अयाम में, कि वो किताब के ज़रिए उन्होंने तमाम तर मज़हबों को चैलेंज किया था। उसके अंदर हिंदू, सिख, ईसाई, बुद्ध मज़हब वाले, यहूदी, सबको चैलेंज किया था कि कोई भी शख्स, मैं 300 इसमें उन्होंने दलाइल लिखे, 300 आर्गूमेंट, कि कोई भी शख्स अगर अपनी किताब के ज़रिए इन आर्गूमेंट को तोड़ेगा तो मैं उसको अपनी तमाम तर जायदाद दे दूंगा। 10,000 रुपये उस ज़माने के अंदर उनकी जायदाद थी। तो वो जब उन्होंने किताब लिखी है तो उसका जवाब तो कोई भी नहीं दे सका, आज तक नहीं दे सका 135 साल में। मकसद कहने का ये था, जो उस वक्त जो कंडीशन थी ना, कंडीशन ये थी बड़े सगीर की, साउथ एशिया की, जो आपका बर्थ रेट होता है ना, जो बच्चे जो पैदा हो रहे हैं, वो लोग बच्चे कम पैदा हो रहे थे। जो लोग ईसाइयत में ईसाई बन रहे थे ना, वो ज़्यादा थे। तो मतलब ईसाई पादरी कहते थे खुदावन जो है ना ज़मीन पे आ जाएगा और कुछ ही अरसे में पूरा ये जो हिंदुस्तान है वो ईसाई हो जाएगा। मतलब इतनी तेज़ी से ईसाइयत फैली थी, दिल्ली मस्जिद का इमाम भी ईसाई हो गया था। सही है। तो उस ज़माने के अंदर जब अल्लाह ने अपने बंदे को भेजा और ये सारा का सारा दावा किया, तो उस वक्त जो है उन्होंने इनको जो है दलाइल के ज़रिए शिकस्त दी, समझ में, ईसाइयों को, हिंदुओं को दलाइल के ज़रिए शिकस्त दी। एक शख्स था, उसका नाम पंडित क्ले कराम था, वो हज़रत मोहम्मद सल्लल्लाहु अलैहि वसल्लम की शान में सख्त गुस्ताखी करता था, सख्त गुस्ताखी, गाली देता था। तो उसको उन्होंने बोला था कि अगर तू बाज नहीं आएगा तो खुदा ने मुझे खबर दी है कि तू जो है मेरी ज़िंदगी के अंदर जो ना, सही ना, इबरतनाक निशान बनेगा तू। वो हिंदू बंदा था, और हिंदू आपको पता है मेजॉरिटी में थे हिंदुस्तान में। ये एक बहुत ज़्यादा, जैसे आजकल आप देखते हैं ना TLP जैसी जो मूवमेंट देखते हैं ना पाकिस्तान में, इस तरह की वो थी, क्या कहते हैं उसको, मूवमेंट थी ना, मतलब मुसलमानों को मारते वारते थे, ताकत का इस्तेमाल कर कत्ल वगैरह थी वो ना। तो वो उसको जब चैलेंज किया था, उसको खुदा ताला की तरफ से पुकार के चैलेंज किया था, खुदा ने मुझे बताया कि तेरा अंजाम अच्छा नहीं होगा, ठीक है ना। आप ये यकीन करें कि 6 साल के अंदर अंदर जो मुद्दत उन्होंने अल्लाह से मतलब खबर पाके बताई थी, तो उसकी कहने का मकसद ये है कि उसके साथ एक बंदा कनेक्ट हुआ। वो कहता था कि मैं पहले हिंदू था, मैं मुसलमान हो गया, और फिर ये वो ना, मतलब ये कि उसके साथ बिल्कुल करीब करीब रहने लगा। फिर उसने उसको चाकू मार दिया। वो किसी ऊपर के माले में था, वो बंदा किसी ने नहीं देखा, सही ना, वो बंदा किसी को नज़र नहीं आया, क्योंकि ये बात तो अखबारों में छपी भी थी
کہ مرزا غلام احمد علیہ السلام نے تو بولا ہوا تھا کہ بھائی یہ اس طرح سے پولیس سر گھر میں آ گئی تلاشی دیں گے نا کہ انہوں نے قتل کیا. تو جو پولیس والا تھا نا وہ آپ کو پتا گھر چھوٹے بنے ہوتے ہیں کبھی کبھار نا وہ جھک کر گھسنا پڑتا ہے نا, تو اس کے سر کے اوپر وہ آ کے لگا ہے اس کا نا ماتھا, اس نے دیکھا نہیں, اس کا پورا خون ہو گیا, اس کو دودھ پلایا, اس کو نا اس لیے میں دودھ نہیں پلایا کہ میں تم سے ڈر رہا ہوں, اس لیے کہ تمہارے کو چوٹ لگی ہے. تو یہ اس کو جو ہے جب وہ اس کا قتل ہوا ہے پھر اس کے بعد جو اس کا آپریشن کیا ہے نا, ٹھیک ہے نا, وہ بھی ایک احمدی بندے نے کیا, ٹھیک ہے. جب اس کو ٹانکے لگا رہے تھے نا تو جو نرسیں کھڑی ہوتی تھی ساتھ, تو اس احمدی بندے کا نام بھی مرزا تھا. تو نرس تو وہ ڈاکٹر کا نام پکارتے مرزا صاحب. تو وہ کیا ہوتا تھا کہ وہ جو لیک رام تھا نا اس کی جو ٹانکے لگے ہوتے وہ پھٹ جاتے تھے, سمجھ رہے, جو مرزا صاحب کا نام سنتا تھا. تو مقصد کہنے کا یہ اس ہندو کا تھا. اور اس وقت جو ہے جو لوگ بلکہ جو جماعت احمدیہ سے تعلق نہیں بھی رکھتے تھے انہوں نے باقاعدہ گواہیاں دی بھی خدا کا نشان ہے. صحیح ہے جی بالکل. اب اس وقت ایک ہندو تھا جو سوری ایک عیسائی تھا, اس کا نام عبداللہ آتم تھا. اب وہ مسلمانوں سے عیسائی ہوا تھا, اس کے ساتھ ڈیبیٹ ہوئی. پھر اس کو بولا کہ تم جو ہے نا حضرت محمد صلی اللہ علیہ وسلم کو کذاب اور جھوٹا بولتے ہو, تو خدا اگر تم نے توبہ نہیں کی تو خدا تمہیں 15 مہینے کے اندر جو ہے نا جہنم میں گرائے گا, ٹھیک ہے نا, خدا نے مجھے بتایا. اب کہنے کا مقصد یہ ہے کہ وہ بندہ جو تھا نا وہ ڈر گیا, تو اس کی زبان باہر نکل آئی, کہتے ہیں مطلب وہ مکر گیا اپنی بات سے, حالانکہ اس نے لکھا ہوا تھا کہ حضرت محمد صلی اللہ علیہ وسلم کی شان میں گستاخی کی ہوئی تھی, تو وہ مکر گیا. خیر اس نے کیا کیا کہ وہ مطلب چھپ گیا, مطلب وہ کسی جگہ نہیں آیا نا, لیکن چونکہ پیشن گوئیوں کے لفظ یہ تھے کہ اگر توبہ کرے گا, ٹھیک ہے نا. اب آپ یہ اندازہ لگائیں ہمارے اس وقت کے مسلمانوں کی حالت کیا تھی. جب وہ 9 مہینے جب وہ مرا نہیں نا تو سارے مسلمان خوش ہو گئے, کہتے دیکھو یہ مرا نہیں, او بے غیر تو یہ تو دیکھو تمہارے آقا کی گستاخی کرنے والا بندہ یہ. مطلب کہ یہ لوگ اس قدر نفس پرست ہو چکے تھے کہ ان کو پتہ ہی نہیں چل رہا کہ یہ کس کی بات کر رہے ہیں. پھر اس وقت ان کو جو ہے واپس جو ہے حضرت مسیح موعود صلی اللہ علیہ وسلم نے امام مہدی نے چیلنج کیا کہ تم قسم کھاؤ پبلک کے اندر کہ تم نے توبہ نہیں کی, ٹھیک ہے نا, تو میں تمہارے کو اتنے 1000 روپے انعام دوں گا. لیکن اس نے قسم نہیں کھائی. تو ایسے بے شمار واقعات ہیں کہ آپ تصور نہیں کر سکتے. کیونکہ کہنے کا مقصد یہ ہوتا ہے کہ یہ لازم ہے اگر کوئی بھی مذہب سچا ہے, اگر کوئی بھی سلسلہ خدا تعالیٰ سے منسلک ہے, تو یہ ہو نہیں سکتا کہ وہ آپ صرف کہانی کے اوپر رلائے کر سکیں. میری بات سمجھ رہے ہیں. جماعت احمدیہ کا جو بیسک جو موٹو وہ یہی ہے کہ ہر بندہ جو اس میں شامل ہے نا وہ لازم ہے کہ سچے خدا کو مشاہدہ کر چکا ہے. میری بات سمجھ رہے ہیں. اس کے پاس یہ ڈاؤٹ ہی نہیں بچتا, چاہے وہ خواب کے ذریعے چاہے وہ کسی رنگ میں سے نا, کہ اس کو لازم اس کو یہ نظر آتا ہے. یہ نہیں کہ وہ یہ بتائے گا میرا دادا بڑا نیک تھا, میرے دادا ایسے اڑتا تھا, یہ ہوتا تھا, وہ ہوتا تھا. بات سمجھ رہے ہیں, ایسا نہیں ہے. یہ اگر ایکسپیرینس اگر آپ نے کرنا ہے تو خدا سے کنیکٹ کرنا ہے. اور یہ بات بھی ہم نہیں کہیں گے کہ نہیں آپ ہمارے ساتھ ہیں, نہیں, آپ خدا سے دعا کریں, خدا آپ کو جس طرح مرضی لے جائے. لیکن اس کے لیے لازم ہے کہ آپ سچے دل سے جو ہے خدا تعالیٰ کے ساتھ اس کو جو ہے اس کی توحید کو مد نظر رکھتے ہوئے, یونٹی آف گاڈ کو مد نظر رکھتے ہوئے اس کو پکارے, ٹھیک ہے نا. تو یہ ایک وہ چیز ہے, اگر بیسک بنیادی جو چیز ہے. اب جماعت ان کی وفات کے بعد جو ایک جماعت کا ایک سلسلہ ہے, ایک خلافت ہے, صحیح نا, ایک پورا ایک نظام ہے, صحیح نا. اب پوری دنیا کے اندر جماعت کا نظام ہے. پتہ نہیں دنیا کے اندر تمام مسلم امہ نے اتنی زبانوں میں قرآن مجید کی ٹرانسلیشن نہیں کی جتنی جماعت احمدیہ نے اکیلے کر لی ہے. جتنی مسجدیں ہم نے بنائی ہیں پوری دنیا میں, یورپ میں, امریکہ میں, آسٹریلیا میں, ہر جگہ دنیا, افریقہ میں, تو اتنا یہ جتنے بھی آپ کے سعودی عرب والے ہیں جو کہ جن کے پاس پیسے کی کوئی کمی نہیں ہے, انہوں نے کچھ نہیں کیا ہوا, صحیح نا. وہ شراب پی رہے, جوا کھیل رہے, لڑکی بازی کر رہے, صحیح نا. اور جب ان کو جنت میں جانا ہوتا تو وہ افغانیوں کو پیسہ دیتے جاؤ جہاد کرو, تاکہ مطلب یہ کہاں کا بے وقوفی ہے, جنت میں تو نے جانا لیکن پیسے جہاد کوئی اور کرے گا. مطلب یہ سارا چیزیں ہیں. لیکن میرا آپ کو یہی مشورہ ہے کہ آپ تھوڑا سا اس کو دیکھو, سمجھو. مطلب میں یہ نہیں کہوں گا کہ بھائی آپ ہماری بات سنو, آپ دوسری بات بھی سنو, اپنی بات بھی سنو, تو اس چیز کو سمجھو. کیونکہ آخرکار آپ نے جو ہے مرنا ہے, خدا کے پاس واپس جانا ہے. تو لازم ہے کہ انسان جو ہے اپنی تخلیق کا مقصد کو سمجھے, اپنی کریشن کے مطلب کو سمجھے, صحیح نا, اور خدا کو پکارے, اکیلے میں پکارے. تو لازم ہے کہ آپ کو جو بھی اللہ آپ کو کیا کہتے ہیں اسے, جو بھی آپ کی صلاحیت ہوگی اس حساب سے اللہ آپ کی رہنمائی کرے گا. یہ بنیادی مقصد ہے خدا کی طرف بلانے کا.
یہ ہے ساری چیز. اور یہ سر آپ نے پہلے فرمایا کہ جو ہمارا سربراہ ہے یا نبی ہے وہ ادھر اس نے خطاب کیا ہے امریکہ میں یو کے میں ادھر ادھر اس کی خلیفہ ہے، یہ ہمارے خلیفہ ہے. ہاں جی اچھا سر پانچویں خلیفہ ہے. اچھا جی، تو یہ جو 5واں خلیفہ ہے اس کو یہ اصل بات یہ ہے کہ جو یہ ویسٹرن لوگ ہیں یہ ہمیں بہت قریب سے جانتے ہیں، یہ جانتے ہیں کہ کون سا بندہ ٹرسٹیبل ہے. ٹرسٹیبل مقصد آپ مجھ سے زیادہ جانتے ہو. اب مسلمانی اپنی جگہ ٹھیک ہے، لیکن کم از کم غدار تو نہیں ہے، اسی لیے وہ اس کو ادھر ادھر جگہوں میں، یہ جو میرا اوپینین ہے، اتنی اس کو کلوزر مطلب یہ ہائی کلاس جگہوں میں اس کو جگہ ملتا ہے، وہ جا سکتا ہے، میٹنگ کر سکتا ہے، کیونکہ وہ لوگ بھی سیٹسفائیڈ ہے کہ کم از کم یہ لوگوں کے پاس تو اتنا نالج ہے کہ ہم ڈسکس کر سکتے ہیں. اور یہ جو ہمارے ٹیررسٹ مائنڈ سیٹ جو لوگ ہیں، جیسے آپ نے پہلے بتایا کہ نہ کوئی ثبوت نہ کوئی دلیل، بچے کوڑا، اس نے پیغمبر کی شان میں گستاخی کی، اس کو اڑا، اس نے اس بابے کو نہیں مانا، اس کو اڑا، اس کا کوئی حل نہیں. تو میں بہت شکر گزار ہوں، لیکن میں تو براڈ کو جوائن کروں گا، لیکن میں تھوڑا زیادہ جاننا چاہتا ہوں. تو میں آپ کو یہی بول رہا ہوں نا، میں آپ کو سب سے بڑی بات یہ ہے کہ ہمارا جو بیسک جو بنیادی پوائنٹ ہوتا ہے نا، ہم یہ بندے کو یہی کہتے کہ آپ اللہ سے خود اپنا رابطہ کریں. ہم یہ نہیں کہتے کہ ہم آپ کو لے جائیں گے کہیں، نہیں، کیونکہ جو اللہ ہے وہ سب کا ہے. اللہ قرآن کے اندر کہتا ہے کہ میں تمام جہانوں کا رب ہوں. مطلب اس میں چاہے کافر ہو، چاہے مسلمان ہو، چاہے ہندو ہو، چاہے کرسچن، وہ سب کا رب ہے. آپ کو یہ حق ہی حاصل نہیں ہے کہ جس کو خدا نے تخلیق کی ہے آپ اس کو بولو میں مار دوں گا. بالکل یہ تو کہنے کا مقصد یہ ہے نا، یہ تو خدائی کا دعویٰ ہے نا کہ اگر آپ کسی کو، مطلب خدا کہتا ہے میں پیدا کرنے والا ہوں، میں مارنے والا ہوں، تو بھئی آپ کو کس نے حق دے دیا کہ آپ مارے؟ تو انہوں نے اسلام کی تاریخ کو جو ہے بالکل مسخ کر دیا ہے، بالکل برباد کر دیا ہے، بیڑا غرق کر دیا ہے. اسلام کی ایسی کوئی تعلیم نہیں ہے. دیکھیں دنیا کی آبادی 8 ارب ہے. آپ میں ایک اس بات کو آپ کے سامنے اس طرح رکھو کہ اگر 8 ارب لوگ ایک طرف لائن میں کھڑے ہوئے، آپ ایک طرف کھڑے ہوئے، وہ آپ کے اوپر جتنا مرضی طاقت کا اثر ڈالے آپ کے دل کو نہیں بدلی کر سکتے. بے شک. تو اسلام تو دل میں ہوتا ہے نا، تو طاقت کے ذریعے کیسے آپ کسی کو مسلمان کر سکتے ہیں؟ یہ ایک انتہائی بےہودہ اور ایک دھبا ہے انہوں نے جو اسلام کے اوپر لگایا ہوا ہے. جن لوگوں نے اسلام کو قبول کیا ان لوگوں نے اس وجہ سے تھوڑی قبول کیا کہ اسلام ڈر کے مارے، نہیں، انہوں نے قبول کیا اس کی خوبصورتی کی وجہ سے. دیکھیے یہ عیسائی لوگ جو ہے نا، آپ کو پتہ ہے ان کے پاس کوئی طلاق کا کوئی قانون شریعت میں کوئی وہی نہیں ہے. آپ کو معلوم ہے؟ ہاں بالکل. انہوں نے قانون سازی کی ہے امریکہ میں غالباً جو ہے 1900 میں سمتنگ میں یا 1800 سمتنگ میں، کہ جب انہوں نے طلاق جو ہے قانونی طور پہ انہوں نے متعارف کرائی ہے پارلیمنٹ کے ذریعے یا کانگریس کے ذریعے امریکہ میں. مطلب ان کے مذہب اتنا مکمل. آپ اس بات سے ایک اندازہ لگائیں کہ جب ہم لوگ جماعت احمدیہ والے عیسائی سے بات کرتے ہیں نا، تو پتہ ہے اس کا نتیجہ کیا نکلتا ہے؟ آپ کو معلوم ہے؟ 5 منٹ کے اندر عیسائی بھاگ جاتا ہے، 5 منٹ کے اندر. اچھا، بات سمجھ رہے؟ ہمارے دلائل کے آگے عیسائی 5 منٹ بھی نہیں رک پاتا. ٹھیک ہے، وہ دلائل کیا ہیں؟ بڑے سمپل سے. دلائل یہ ہے کہ ایک جگہ بائبل میں لکھا ہوا ہے کہ کسی نے حضرت عیسیٰ کو بولا کہ ہمیں کوئی نشان دکھاؤ. حضرت عیسیٰ نے بولا کہ اس زمانے کے لوگ جو نا وہ بدکار ہیں اور گناہ گار ہیں، ان کے لیے کوئی نشان نہیں ہے سوائے حضرت یونس علیہ السلام کے. حضرت یونس علیہ السلام کا آپ نے واقعہ سنا بھائی؟ ہاں، مچھلی کے پیٹ والا. ہاں، تو ہم ان سے سوال بڑا سمپل سے کرتے ہیں. میں صرف آپ کو بڑی بیسک بنیادی احمدی کی جنرل لیول پہ، ٹاپ لیول پہ بے شمار اور کمپلیکس آرگومنٹ کے دیں. مطلب ان سے سوال ہمارا بڑا سمپل ہوتا ہے. سوال یہ ہوتا ہے کہ جب حضرت عیسیٰ علیہ السلام جب حضرت یونس علیہ السلام جو ہے مچھلی کے پیٹ میں گئے تھے تو وہ زندہ تھے یا آپ کو پتہ ہے زندہ تھے یا مردہ تھے؟ یہ لوگ بولتے ہیں، میں آپ کو بتا رہا ہوں سوال. یہ بولتے ہیں زندہ تھے، یہ بولتے ہیں کہ زندہ تھے. جب وہ ہڑپ کر دیا جب وہ مچھلی کے پیٹ میں رہے تو زندہ تھے نا. ہاں جی. جب وہ مچھلی کے پیٹ سے باہر نکلے تو زندہ تھے نا. ہاں جی، ٹھیک ہے نا. تو اسی طرح سے ہم لوگ اس بات کو بڑا سمپل سے بیان کرتے ہیں کہ کہنے کا مقصد یہ ہے کہ اگر حضرت اس سے 2 باتیں ثابت ہوتی ہیں. ایک بات یہ ثابت ہوتی ہے کہ حضرت عیسیٰ نے کوئی موضوع نہیں کیا ہوا. وہ جو موضوع یہ سمجھتے ہیں نا، وہ موضوع نہیں تھا، وہ صرف روحانی موضوع تھا. تو دوسری بات یہ ہے کہ جب انہوں نے بولا کہ میں جو ہوں
यूनस की तरह हूँगा। मेरा मतलब इन्होंने बल्ले उसमें तहरीफ भी कर दी है, लेकिन उसका जो तरीका, उसका जो आइडेंटिटी वो है ना, जो हालात हज़रत यूनस के साथ हुए थे, तो उसके अंदर यूनस कहीं मरे नहीं थे। मेरी बात समझ रहे हैं? इसी तरह से इससे ये बात बाइबल के जरिए हम साबित करते हैं कि भाई हज़रत ईसा अलैहिस्सलाम तो इससे नहीं मरते। बात समझ रहे हैं कि उनकी पेट में गए। तो मकसद कह रहे हैं कि इसमें दलीलें हमारे पास बहुत सारी हैं, अगर आपको भी चेक करना चाहे तो चेक कर सकते हैं। तो वो जो मैं सिर्फ आपको मुख्तसर बताने की कोशिश कर रहा हूँ कि उसके बाद ईसाई जो है खड़ा नहीं होता, मिसाल के तौर पर कि वो अपने जो अकीदा है कि जैसे वो कहते हैं कि ये हमारा खुदा है, ये हमारे लिए, हमारे गुनाहों के लिए मर गया, तो वो साबित ही नहीं कर सकते। मतलब आप ये अंदाज़ा लगाए, मैं आपके सामने कोई बड़ी बात नहीं करना चाहता, लेकिन हज़ारों ऐसे दलाइल उनके सामने रख सकते हैं कि जिसका वो जवाब दे नहीं सकते। बात समझ रहे हैं? सही है, तो ये मैं सिर्फ आपके सामने एक नमूने के तौर पर बात रख रहा हूँ। तो इस तरह से जो है ईसाई कभी भी अहमदी बंदे के सामने खड़ा नहीं होता, ठीक है? उसको पता चल जाता है कि ये अहमदी है तो भाग जाता है। जी जवाद भाई भी यहाँ पे मौजूद है, ये अपना बता सकते हैं कि ईसाइयों के बारे में इनका कोई वो हुआ। जी जवाद भाई, लगता है जवाद भाई बिजी हो गए। तो ये लाहौरी भाई भी मौजूद, लाहौरी भाई मौजूद है, पता नहीं लगता है गायब हो गए। जज़ाकल्लाह मतलब मैं तो इधर ही हूँ, आपके पास ही हूँ, और माशाल्लाह आप बहुत अच्छा एक्सप्लेन कर रहे थे, बड़ा मजा आ रहा था आपकी बात सुनकर। नहीं मैं यही बोल रहा हूँ कि आपने कभी कोई स्टोरी सुना दें जो आपकी ईसाई से बात हुई हो, अगर आपका कोई ऐसा वाक़या। नहीं है सच, मेरा कोई ऐसा वाक़या बस सही है। बहरहाल कहने का मकसद ये खान साहब, ये वो बात है ना जो कि असल जो मकसद था इमाम मेहदी के आने का, मकसद यही था कि ये जो झूठा अकीदा ईसाइयों ने बनाया हुआ है उसको वो करे ना, क्या कहते हैं उसको, दलाइल के जरिए झूठा साबित करें। बेशक, ठीक है ना? तो कहने का मकसद ये, जैसे हम इस चीज़ को बयान करते हैं कि ये जैसे हज़रत ईसा अलैहिस्सलाम को जब उनको लटकाया तो वो थोड़ी देर के लिए लटकाया, तो फिर उसके बाद वो वहाँ से निकल गए, कश्मीर की तरफ गए। आपको इलाका पता है ना, मरी का इलाका? हाँ जी बिल्कुल पता है। मतलब मरी का नाम किससे पड़ा है? मरियम से पड़ा है, मैरी से, सही ना? तो हज़रत ईसा, आप देखिए किसी नबी की कब्र आपको कभी मिलती है, हज़रत ईसा अलैहिस्सलाम की कब्र भी मौजूद है कश्मीर में। अच्छा, उसमें इंटरेस्टिंग बात क्या है कि किसी कब्र के ऊपर किसी बंदे के पाँव के निशान नहीं होते। अब उन्होंने अपने पाँव के निशान भी वहाँ पे चिपसा किए हुए, ठीक है ना? उसके अंदर जो उनको जो कील लगी हुई थी ना सलीब की, वो भी उस निशान के अंदर मौजूद है। मकसद कहने का ये, खुदा ताला ने मानने के लिए रास्ते बड़े रखे हुए, लेकिन क्या है, ये भी खुदा ने इंसान को चॉइस दी है कि वो अपनी मर्जी से माने ना माने, ये उसका और अल्लाह का मामला। किसी इंसान को ये हक हासिल नहीं है कि किसी दूसरे इंसान को ये बोले कि भाई आपने ये करना ही करना है। नो, ये हक अल्लाह ताला ने हज़रत मोहम्मद सल्लल्लाहु अलैहि वसल्लम को भी नहीं दिया। उन्होंने बोला तेरा काम सिर्फ पैगाम देना है और इससे ज़्यादा कुछ नहीं, इससे ज़्यादा कुछ नहीं करने का तेरे को हक। मेरी बात समझ रहे? इन्होंने तो मज़हब को वो बनाया हुआ है, थाने का टॉर्चर सेल बनाया हुआ है। पता नहीं ये गुमराह लोग हैं इस लिहाज से, ये ना, ये मज़हब की उससे नहीं दूर है। बात समझ? तो ये सारी चीज़ें अब उसमें कहने का मकसद ये है कि ये अकीदा जो है हज़रत ईसा अलैहिस्सलाम की वफ़ात का, अब आपको, अगर आपने कुछ और लोगों को सुना हो उनसे भी पता चला, पता नहीं आप सुना नहीं सुना, जैसे गामदी साहब है, कभी गामदी साहब को सुना हो? हाँ, सुना है गामदी साहब को आपने कभी? नहीं जी, मैंने नहीं सुना है। हाँ, मतलब ये कि मैं गुजारिश कर रहा हूँ कि बहुत सारे और भी लोग हैं जो हज़रत ईसा अलैहिस्सलाम की वफ़ात की गाली, लेकिन आप ये समझें कि 95% मुसलमान जो है ना वो हज़रत ईसा अलैहिस्सलाम को आसमान पे समझते हैं। और आपको मैं बताऊँ एक बहुत अहम बात कि अभी तक मैंने भी यही सुना है कि ये फिल्म बना चुके हैं कि उसको ज़िंदा उठा लिया, और कभी कभी मैं इतना कंफ्यूज हो जाता था कि मैं सोचता था कि उसको ज़िंदा उठा के वो कहाँ है, क्या कहता है। तो ये मैं समझता हूँ कि जब अल्लाह पालता है वो कुछ भी कर सकता है। लेकिन देखो, मेरे से एक बंदे ने सवाल किया, मुझे बोलता है कि आई आस्क सम क्वेश्चन। मैंने बोला पूछो। बोलता है पैगम्बर अलैहिस्सलाम का बाप था? मैंने बोला था। क्या नाम था? मैंने बोला अब्दुल्ला। मैंने जहाँ तक सुना है। बोलता है ठीक है। बोलता है यू वुड नॉट बिलीव कि ईसा जो था वो सन ऑफ गॉड था, तुम ये नहीं बिलीव करते हो? मैंने बोला नहीं, दैट वाज मिरेकल, ही इज़ नॉट सन ऑफ गॉड। वो मुझे बोलता है कि अच्छा, फिर मुझे ये बता कि क्यों उसको ज़िंदा उठा लिया?
زندہ اٹھا لیا، اور ہمارے مسلمان بھی بولتے ہیں کہ اس کو زندہ اٹھا لیا۔ اور یہ جب میں نے ابھی آپ سے سنا تو میں خود یہ حیران تھا کہ یہ کیسا معاملہ ہے، ایسا سچا کنفیوزنگ۔ تو یہ اس کی طرف آپ کا آنے کا بہت شکریہ۔ اچھا سر، تو مطلب یہ کہ اٹھانے والا معاملہ کچھ اور ہے۔ مطلب میں یہ کہہ رہا ہوں، یہ سارے جو لوگ جب جھوٹے عقیدے ہوتے ہیں نا، تو عیسائی کہتے ہیں کہ وہ مر کے زندہ ہو گیا، اوپر چلا گیا، خدا کا بیٹا ہے۔ مسلمان کہتے ہیں وہ زندہ ہی اوپر چلا گیا۔ تو یہودی کہتے ہیں ہم نے اس کو مار دیا، کیونکہ بنی اسرائیل کے اندر جو رول تھا نا وہ یہ تھا کہ اگر آپ کسی کو پھانسی دے دینا تو وہ لعنتی ہوتا ہے، وہ نبی نہیں ہو سکتا، جھوٹا ہوتا ہے، ٹھیک ہے نا۔ تو یہودیوں نے اپنے طور پہ یہ کہہ دیا کہ وہ جھوٹا ہے، صحیح نا۔ عیسائیوں نے بولا کہ وہ جو ہے نا اس کو سلیب ہو گئی، تو اس نے کفارہ دے دیا ہمارے گناہوں کا۔ تو قرآن کے اندر جو صورت لکھی ہوئی نا، نہ وہ قتل ہوا نہ اس کو سلیب ہوئی، اور اللہ نے اپنی طرف اس کو رفع کر دیا۔ رفع کا مطلب جو ہوتا ہے نا روحانی درجات ہوتا ہے، صحیح نا۔ لیکن انہوں نے اس کو جو ہے نا مطلب یہ دے دیا کہ اس کا مطلب یہ کہ وہ ہے۔ بہرحال یہ ساری چیزیں تو جب گمراہی آتی تو آتی ہے نا۔ مطلب کہنے کا یہ ہے کہ آپ اس بات سے اندازہ لگاؤ کہ آج کل سائنسی دور ہے، مجھے نہیں پتا آپ سائنسی کتنی چیز دیکھتے ہیں۔ ہاں میں بلیو کرتا ہوں، ہاں جی۔ مطلب آپ اگر کائنات کے باہر دیکھو گے نا، کچھ بھی نہیں ہے باہر، تو کدھر آتا عیسیٰ علیہ السلام بیٹھے ہوئے؟ تو یہ مذاقہ خیز بات ہے کہ انسان ابھی جو ہے نا، آپ کو پتہ ہے جو اس نے میکسیمم جو اس کی کیپیسٹی ہے نا دیکھنے کی، وہ ہے 45 بلین لائٹ ایئرس۔ اچھا، ایک لائٹ ایئر کے اندر آپ کو پتہ ہے کتنے کلومیٹر ہے؟ ایک لائٹ ایئر جو ہے نا اس کے اندر 9 ٹریلین کلومیٹر ہے۔ ہے 9 ٹریلین کلومیٹر، مطلب ایک لائٹ ایئر کے اندر ہے۔ تو انسان اتنی دور دیکھ سکتا ہے ابھی اس وقت، جو میکسیمم اس کی کیپیسٹی ہے نا وہ ہے 45 بلین لائٹ ایئرس۔ مطلب کہنے کا مقصد یہ ہے کہ باہر سے کبھی بھی کچھ نہیں آتا۔ اگر آپ تھوڑا سا اس بات کو دیکھیں گے نا، یہ یہودیوں کی تاریخ کو پڑھیں گے تو آپ کو پتہ ہے جب حضرت عیسیٰ علیہ السلام یہودیوں میں آئے تھے تو انہوں نے کیا بولا تھا پتہ ہے آپ کو؟ نہیں سر۔ انہوں نے بھی بولا تھا کہ ایک پیغمبر تھے جن کا نام ایلیا تھا، انہوں نے بولا تھا کہ اگر تو سچا مسیح ہے تو ایلیا آسمان سے کیوں نہیں اترا ابھی تک، ٹھیک ہے نا۔ بات سمجھ رہے؟ تو حضرت عیسیٰ علیہ السلام نے کسی اور نبی کی طرف غالباً اشارہ کیا تھا، مجھے ان کا نام ابھی ذہن میں نہیں آ رہا، ذکر ہے، انہوں نے بولا وہ ایلیا جو تھا وہ نبی تھا، ٹھیک ہے۔ مطلب وہ ایسے ہی مطلب پیدا ہوا پھر فوت ہو گیا، ٹھیک ہے نا۔ تو مقصد کہنے کا یہ آسمان سے تو کوئی بھی نہیں اترتا۔ تو یہ ساری چیزیں جو ہوتی ہے نا کہ یہ دیکھیں نا، اگر آپ کو ایک مثال کی بات بتاؤں، آپ سوچیں قرآن کے اندر جو شرط ہے نا وہ ایمان لانے کی، وہ کیا ہے؟ وہ شرط یہ ہے بغیر دیکھے ایمان لانا ہے، ٹھیک ہے۔ اگر کوئی بندہ آسمان سے نیچے اتر گیا تو بغیر دیکھے ایمان تو نہیں ہوا نا، اس کو دیکھ لیا وہ 2 فرشتوں کے ساتھ نیچے اتر رہا، بات سمجھ رہے؟ تو جو فنڈامنٹل جو خدا تعالیٰ کے جو قانون ہے نا وہ اس کے خلاف ہے نا، بات سمجھ رہے؟ تو یہ ساری چیزیں باقی اصل جو چیز ہے نا کہ آپ یہ اندازہ لگائیں کہ ایسا نہیں ہو سکتا کہ کوئی نبی آئے اور اس کی کوئی مخالفت نہیں کرے، صحیح نا۔ آپ مطلب یہ ہے کہ حضرت عیسیٰ علیہ السلام کو وہ جو تھے لوگ وہاں کے، وہ کہتے تھے یہ حرام کا بچہ ہے، ٹھیک ہے نا۔ تو مقصد کہنے کا یہ، اس سے بڑی بھی کوئی معاشرے میں آپ کو کوئی گالی دے سکتا ہے؟ کین یو امیجن اس سے بڑی کوئی گالی کسی انسان کے لیے ہو سکتی ہے؟ صحیح بات ہے، بالکل نہیں ہو سکتی نا۔ تو اسی طرح سے تو لیکن کیا اس کا یہ مطلب تو نہیں ہوا کہ وہ ناکام تو نہیں ہوئے نا؟ بالکل بات سمجھ رہے؟ ہاں، یحییٰ علیہ السلام جو تھے نا وہ ان کے بارے میں تھا۔ بہرحال تو مقصد کہنے کا یہ ہے کہ آپ کو پتہ ہے ابھی یہودی کیا کرتے ہیں؟ آپ کو معلوم ہے وہ کیا کرتے ہیں؟ نہیں، دیواروں سے ٹکرے مارتے ہیں کہ مسیحا کو بیچ۔ ہاں بالکل بالکل بالکل۔ کبھی آپ نے پاکستان میں بچوں کو مدرسے میں پڑھتے ہوئے دیکھا ہے؟ ہاں جی۔ کبھی آپ کو اگر آپ تھوڑی سی نا نیوٹرل مائنڈ سے سوچیں نا، آپ کو ان میں اور ان میں کوئی یہودیوں میں فرق نہیں نظر آئے گا۔ ہاں بالکل، آگے پیچھے ہوتے، وہ بھی آگے پیچھے ہوتے، یہ بھی ہوتے۔ مطلب ایسی کیا نوبت آ گئی کہ آپ پڑھو بیٹھ کے احترام سے پڑھے، ہلنے کی کیا ضرورت ہے؟ بالکل، بے شک بے شک۔ تو یہ باتیں ساری حضرت محمد صلی اللہ علیہ وسلم نے پہلے سے بتا دی تھی۔ تو یہ بات آپ کے لیے انف ہونی چاہیے کہ حضرت محمد صلی اللہ علیہ وسلم نے آپ کو اس زمانے کے بارے میں بھی بتا دیا کہ اس زمانے میں کیا ہونے والا ہے، بات سمجھ رہے؟ تو اس بات سے مذہب کی سچائی ثابت ہوتی ہے۔ کوئی انسان ہوتا ہے نا کہتے ہیں یار خدا ہے یا نہیں، یہ سارا ٹوپی ڈرامہ ہے، کیا چکر ہے؟
سمجھ رہے؟ تو یہ وہ چیزیں ہیں کہ مستقبل کے بارے میں کوئی نہیں جانتا. nobody can know what will happen in the next second. تو یہ خدا تعالیٰ کی معرفت ہے کہ جو توریت ہے اس کے اندر حضرت ابراہیم علیہ السلام جو ہے نا وہ پریشان ہو رہے تھے جب حضرت اسماعیل علیہ السلام کو مکہ چھوڑ کے آئے تھے نا ریگستان میں. تو حضرت اسحاق تو ان کے ساتھ ہی تھے. تو اللہ تعالیٰ نے ان کو حضرت ابراہیم علیہ السلام کو فرمایا کہ فکر نہیں کر، میں تیرے دونوں بیٹوں کو عظیم الشان قوم بناؤں گا. I shall make your both son a great nation. اب آپ دیکھ رہے ہیں کہ دنیا کے اندر جو میجورٹی ہے وہ ابراہیمی ہے، ٹھیک ہے نا، کرسچن، یہودی اور مسلمان میجورٹی ہے. اور پوری دنیا مطلب اب آپ صرف یہ سوچیں کہ اکثر لوگ آپ کو دہریے سے ملیں گے